91 ਵਿੱਚ ਸਫ਼ਰ ਸਟਾਰਟ ਹੋਇਆ ਸੀਗਾ ਜੀ 1991 ਵਿੱਚ ਐਂਡ ਮੇਰੇ ਪਿਤਾ ਜੀ ਨੇ ਸਟਾਰਟ ਕਰਿਆ ਸੀਗਾ ਜੀ ਇਲੈਕਟ੍ਰੀਕਲ ਟ੍ਰੇਡਿੰਗ ਤੋਂ ਸਟਾਰਟ ਕਰਿਆ ਸੀ। ਹਟੇਕ ਅੱਜ ਦੇ ਤਕਰੀਬਨ 6 ਬਿਜ਼ਨਸ ਯੂਨਿਟਸ ਹੈਗੇ ਆ। ਵੀ ਨਵੀਂ ਬਿਲਡਿੰਗ, ਹਸਪਤਾਲ, ਕਾਲਜ, ਸਾਡੇ ਸਪੈਸ਼ਲਾਈਜ਼ਡ ਪੈਨਲਸ ਹੈ ਉਹ ਅਸੀਂ ਮੈਨੂਫੈਕਚਰ ਕਰਦੇ ਹਾਂ। ਪਿਛਲੇ ਸਾਲ ਗੁਰੂ ਰਾਮਦਾਸ ਜੀ ਨੇ ਸਾਡੇ 'ਤੇ ਕਿਰਪਾ ਕਰੀ ਸੀ ਅਤੇ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਅੰਮ੍ਰਿਤਸਰ ਜਿਹਨੂੰ ਆਪਾਂ ਕਹਿੰਦੇ ਹਾਂ ਉੱਥੇ ਅਸੀਂ ਸੋਲਰ ਲਾ ਸਕੇ। ਕਿਵੇਂ ਸਾਰਾ ਸਬੱਬ ਬਣਿਆ ਤੇ ਫਿਰ ਉਹਨੂੰ ਕਿਵੇਂ ਇੰਪਲੀਮੈਂਟ ਕੀਤਾ ਤੇ ਪਾਰਟਿਕੂਲਰਲੀ ਉਹ ਸੋਲਰ ਬਾਰੇ ਦੱਸੋ ਵੀ ਉਹਦੀ ਕਿੰਨੀ ਕਪੈਸਿਟੀ ਹੈ। ਅੱਜ ਅਸੀਂ 5000 ਮੈਗਾਵਾਟ ਲਾ ਚੁੱਕੇ ਹਾਂ ਪੂਰੇ ਇੰਡੀਆ 'ਚ। ਅਸੀਂ ਦਰਬਾਰ ਸਾਹਿਬ ਜਾਈਦਾ ਸੀਗਾ, ਅਸੀਂ ਕਦੀ ਸੋਚਦੇ ਵੀ ਨਹੀਂ ਸੀ ਅੱਛਾ ਇੱਥੇ ਹਟੇਕ ਸੋਲਰ ਲਾ ਸਕਦਾ। ਸ਼੍ਰੀ ਹਰਿਮੰਦਰ ਸਾਹਿਬ ਉੱਥੇ ਅਸੀਂ 525 ਕਿਲੋਵਾਟ ਲੱਗਿਆ। ਕਿੱਥੇ ਜੇ ਦੇਖਦੇ ਹੋ ਕਿ ਕਿਵੇਂ ਕਿਵੇਂ ਬਦਲਾਅ ਕੰਜ਼ਿਊਮਰ ਦੀ ਜਿੱਤ ਹੈ ਕਿ ਸਹੀ ਡਿਸੀਜਨ ਲੈ ਰਿਹਾ। ਕੋਈ ਵੀ ਨਵੀਂ ਬਿਲਡਿੰਗ ਬਣਦਾ ਇੱਕ ਵਾਰ ਜਿਹੜਾ ਓਨਰ ਹੈ ਸੋਚਦਾ ਜ਼ਰੂਰ ਹੈ ਛੱਤ ਖਾਲੀ ਪਈ ਸੋਲਰ ਲਾ ਲਈਏ। ਬਾਬੂਸ਼ਾਹੀ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ। ਅੱਜ ਅਸੀਂ ਗੱਲਬਾਤ ਕਰਾਂਗੇ ਹਰਟੇਕ ਗਰੁੱਪ ਦੇ ਡਾਇਰੈਕਟਰ ਸਿਮਰਪ੍ਰੀਤ ਸਿੰਘ ਜੀ ਦੇ ਨਾਲ, ਜਿਨ੍ਹਾਂ ਨੇ ਕਾਫੀ ਮੱਲਾਂ ਮਾਰੀਆਂ ਨੇ। ਖਾਸ ਤੌਰ 'ਤੇ ਹਰਟੇਕ ਗਰੁੱਪ ਦੀ ਗੱਲ ਕਰੀਏ ਤਾਂ ਅਕਸਰ ਤੁਸੀਂ ਸੁਰਖੀਆਂ ਦੇ ਵਿੱਚ ਦੇਖਿਆ ਹੀ ਹੋਣਾ। ਹਰਟੇਕ ਗਰੁੱਪ ਦੀਆਂ ਕਈ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦਾ ਅਤੇ ਕੀ ਪ੍ਰਾਪਤੀਆਂ ਨੇ ਇਹਨਾਂ ਦੀਆਂ। ਅਤੇ ਸਿਮਰਪ੍ਰੀਤ ਸਿੰਘ ਦੀ ਵੀ ਜੇ ਗੱਲ ਕੀਤੀ ਜਾਵੇ ਤਾਂ ਰੀਸੈਂਟਲੀ ਪ੍ਰਾਈਡ ਆਫ ਇੰਡੀਆ ਦਾ ਜਿਹੜਾ ਖਿਤਾਬ ਆ ਉਹ ਵੀ ਮਿਲਿਆ ਅਤੇ ਹੋਰ ਜਿਹੜੀਆਂ ਉਪਲਬਧੀਆਂ ਨੇ ਅਤੇ ਖਾਸ ਤੌਰ 'ਤੇ ਸੋਲਰ ਐਨਰਜੀ ਦੇ ਵਿੱਚ ਇਸ ਖੇਤਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਹਰਟੇਕ ਗਰੁੱਪ ਦਾ ਯੋਗਦਾਨ ਰਿਹਾ। ਸੋ ਇਹਨਾਂ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਨੇ ਸਿਮਰਪ੍ਰੀਤ ਜੀ, ਸਵਾਗਤ ਹੈ ਪਹਿਲਾਂ ਤਾਂ ਬਾਬੂਸ਼ਾਹੀ 'ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਸ਼ ਭਾਜੀ ਐਂਡ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿਹੜੇ ਵੀ ਬਾਬੂਸ਼ਾਹੀ ਦੇਖ ਰਹੇ ਐਂਡ ਮੈਨੂੰ ਹਮੇਸ਼ਾ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਇੰਟਰੈਕਟ ਕਰਕੇ, ਤੁਹਾਡੇ ਚੈਨਲ ਦੇ ਰਾਹੀਂ ਇੰਟਰੈਕਟ ਕਰਕੇ ਐਂਡ ਬਹੁਤ ਅੱਛਾ ਲੱਗਦਾ ਜੀ। ਥੈਂਕ ਯੂ ਸੋ ਮਚ ਜੀ। ਤੁਹਾਨੂੰ ਰੀਸੈਂਟਲੀ 30 ਸਾਲ ਹੋਏ ਨੇ ਤੁਹਾਡੇ ਹਰਟੇਕ ਦਾ ਜਿਹੜਾ ਸਫ਼ਰ ਸੀ ਚੱਲਦਾ 30 ਸਾਲ ਪੂਰੇ ਹੋ ਗਏ। ਪਹਿਲਾਂ ਤਾਂ ਮੈਂ ਇਹ ਪੁੱਛੂੰਗਾ ਵੀ 30 ਸਾਲਾਂ ਦੇ ਵਿੱਚ ਕੀ ਪ੍ਰਾਪਤੀਆਂ ਮੰਨਦੇ ਹੋ, ਕੀ ਅਪਸ ਐਂਡ ਡਾਊਨਸ ਵੇਖੇ। ਸਟਾਰਟਿੰਗ ਜਦੋਂ ਕੀਤੀ ਸੀਗੀ ਉਦੋਂ ਕੀ ਸੋਚਿਆ ਸੀ ਅਤੇ ਅੱਜ ਕਿੱਥੇ ਜੇ ਖੜਾ ਦੇਖਦੇ ਹੋ ਹਰਟੇਕ ਨੂੰ? ਦੇਖੋ ਜੀ, ਹਰਟੇਕ ਨੂੰ ਅੱਜ ਅਸੀਂ ਹਰਟੇਕ ਟਾਵਰ ਖੜ੍ਹੇ ਹਾਂ, ਇੱਥੇ ਬੈਠੇ ਹਾਂ ਮੋਹਾਲੀ ਵਿੱਚ। 91 ਵਿੱਚ ਸਫ਼ਰ ਸਟਾਰਟ ਹੋਇਆ ਸੀਗਾ ਜੀ 1991 ਵਿੱਚ ਐਂਡ ਮੇਰੇ ਪਿਤਾ ਜੀ ਨੇ ਸਟਾਰਟ ਕਰਿਆ ਸੀਗਾ ਜੀ ਇਲੈਕਟ੍ਰੀਕਲ ਟ੍ਰੇਡਿੰਗ ਤੋਂ ਸਟਾਰਟ ਕਰਿਆ ਸੀਗਾ। ਵਿਜ਼ਨ ਬੜਾ ਸਿੰਪਲ ਸੀਗਾ ਭਾਜੀ ਕਿ ਉਦੋਂ ਵੀ ਜਦੋਂ ਦੇਖਦੇ ਸੀ ਜਿਹੜੀ ਪਾਵਰ ਸੈਕਟਰ ਦੀ ਜਦੋਂ ਗੱਲ ਕਰਦੇ ਹਾਂ, ਬਿਜਲੀ ਕੱਟ ਦੀ ਗੱਲ ਕਰਦੇ ਹਾਂ ਤਾਂ ਇਹ ਇਹੋ ਜਿਹੀ ਇੱਕ ਸੈਕਟਰ ਸੀਗਾ ਕਿ ਵੀ ਅਸੀਂ ਇੱਕ ਇੰਪੈਕਟ ਕ੍ਰੀਏਟ ਕਰ ਸਕਦੇ। ਸੋ ਉੱਥੋਂ ਸਟਾਰਟ ਹੋਇਆ ਅਤੇ ਅਸੀਂ ਇੰਡਸਟਰੀਆਂ ਨਾਲ ਜੁੜੇ। ਉਹਨਾਂ ਦੀ ਜਿੰਨੀਆਂ ਵੀ ਇਲੈਕਟ੍ਰੀਕਲ ਤੁਸੀਂ ਮੰਡੀ ਗੋਬਿੰਦਗੜ੍ਹ, ਲੁਧਿਆਣੇ, ਟੈਕਸਟਾਈਲ, ਸਟੀਲ ਦੇਖਦੇ ਹੋ, ਉਹਨਾਂ ਦੀ ਕੋਈ ਵੀ ਐਕਸਪੈਂਸ਼ਨ ਆਉਂਦੀ ਅਤੇ ਅਸੀਂ ਇਲੈਕਟ੍ਰੀਕਲ ਤੋਂ ਸਟਾਰਟ ਕਰਿਆ ਅਤੇ ਇਲੈਕਟ੍ਰੀਕਲ ਸਬਸਟੇਸ਼ਨਸ ਦਿੱਤੇ। ਉਹਨਾਂ ਦੀ ਜਿੰਨੀ ਵੀ ਰਿਕੁਆਇਰਮੈਂਟ ਸੀ, ਪਾਵਰ ਦੀ ਰਿਕੁਆਇਰਮੈਂਟ ਸੀ, ਉਹ ਅਸੀਂ ਕੀਤਾ। ਅਤੇ ਅੱਜ 30 ਸਾਲ ਦੀ ਜਦੋਂ ਜਰਨੀ ਨੂੰ ਰੀਕੈਪ ਕਰਦੇ ਹਾਂ ਅਤੇ ਹਰਟੇਕ ਅੱਜ ਦੇ ਤਕਰੀਬਨ 6 ਬਿਜ਼ਨਸ ਯੂਨਿਟਸ ਹੈਗੇ ਆ। ਇੱਕ ਸਾਡਾ ਜਿਹਨੂੰ ਅਸੀਂ ਕਹਿੰਦੇ ਇਨਫਰਾਸਟਰਕਚਰ ਡਿਵੀਜ਼ਨ, ਟਰਾਂਸਮਿਸ਼ਨ ਡਿਸਟਰੀਬਿਊਸ਼ਨ ਦੇ 'ਚ ਅਸੀਂ ਸਬਸਟੇਸ਼ਨ ਗ੍ਰਿਡ ਲਾਉਂਦੇ ਜਿੰਨੇ ਵੀ ਤੁਸੀਂ ਦੇਖਦੇ ਹੋ ਪੂਰੇ ਭਾਰਤ ਵਿੱਚ। ਦੂਜਾ ਅਸੀਂ ਸੋਲਰ ਵਿੱਚ ਜਿਹੜਾ ਸਾਨੂੰ ਬਹੁਤ ਲੋਕਾਂ ਨੇ ਪਿਆਰ ਦਿੱਤਾ। ਇੱਕ ਸਾਡਾ ਮੈਨੂਫੈਕਚਰਿੰਗ ਹੈ, ਜਿੰਨੇ ਵੀ ਤੁਹਾਡੇ ਇਲੈਕਟ੍ਰੀਕਲ ਪੈਨਲ ਬਣਦੇ, ਤੁਸੀਂ ਬਿਲਡਿੰਗ, ਕੋਈ ਵੀ ਨਵੀਂ ਬਿਲਡਿੰਗ, ਹਸਪਤਾਲ, ਕਾਲਜ, ਸਾਡੇ ਸਪੈਸ਼ਲਾਈਜ਼ਡ ਪੈਨਲਸ ਹੈ ਉਹ ਅਸੀਂ ਮੈਨੂਫੈਕਚਰ ਕਰਦੇ ਹਾਂ। ਫਿਰ ਅਸੀਂ ਸਮਾਰਟ ਸਿਟੀਜ਼ ਵਿੱਚ ਹੈ, ਚੰਡੀਗੜ੍ਹ ਦਾ ਸਮਾਰਟ ਸਿਟੀ ਦਾ ਕੰਮ ਅਸੀਂ ਕਰ ਰਹੇ ਹਾਂ। ਫਿਰ ਸਾਡਾ ਹੁਣ ਈਵੀ ਚਾਰਜਿੰਗ ਵਿੱਚ ਵੀ ਅਸੀਂ ਆ ਰਹੇ ਹਾਂ, ਈਵੀ ਚਾਰਜਿੰਗ ਇਨਫਰਾ ਐਂਡ ਆਲ ਦੈਟ। ਸੋ ਐਵੇਂ ਹੁਣ ਅੱਜ ਇੱਕ ਗਰੁੱਪ ਦੀ ਪੂਰੀ ਸਟਰਕਚਰ ਹੋ ਗਿਆ। ਬਟ ਜੇ ਤੁਸੀਂ ਮੈਨੂੰ ਅੱਜ ਵੀ ਮੈਂ ਕਹਿੰਦਾ ਤੁਸੀਂ 30 ਸਾਲ ਬਾਅਦ ਵੀ ਆਪਾਂ ਬੈਠਾਂਗੇ ਫਿਰ ਵੀ ਮੈਨੂੰ ਪੁੱਛੋਗੇ ਨਾ ਕਿ ਸਭ ਤੋਂ ਵੱਡੀ ਪ੍ਰਾਪਤੀ ਕੀ ਹੈ, ਤਾਂ ਮੈਂ ਇੱਕੋ ਹੀ ਕਹੂੰਗਾ ਜੀ ਪਿਛਲੇ ਸਾਲ ਗੁਰੂ ਰਾਮਦਾਸ ਜੀ ਨੇ ਸਾਡੇ 'ਤੇ ਕਿਰਪਾ ਕਰੀ ਸੀ ਅਤੇ ਅਸੀਂ ਸ਼੍ਰੀ ਹਰਿਮੰਦਰ ਸਾਹਿਬ ਗੋਲਡਨ ਟੈਂਪਲ ਅੰਮ੍ਰਿਤਸਰ ਜਿਹਨੂੰ ਆਪਾਂ ਕਹਿੰਦੇ ਹਾਂ ਉੱਥੇ ਅਸੀਂ ਸੋਲਰ ਲਾ ਸਕੇ। ਮਤਲਬ ਇਹ ਨਾ ਬ੍ਰਦਰ 2010 'ਚ ਅਸੀਂ ਜਦੋਂ ਸੋਲਰ ਦੇ ਕੰਮ 'ਚ ਪਏ, ਅੱਜ ਅਸੀਂ 5000 ਮੈਗਾਵਾਟ ਲਾ ਚੁੱਕੇ ਹਾਂ ਪੂਰੇ ਇੰਡੀਆ 'ਚ। ਤੁਸੀਂ ਮੇਰਾ ਦੇਖੋ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਆ। ਅਸੀਂ ਜਦੋਂ ਅਰਦਾਸ ਕਰਦੇ ਹਾਂ ਨਾ, ਕੋਈ ਚੀਜ਼ ਮੰਗਦੇ ਹਾਂ, ਇਹ ਨਾ ਗੁਰੂ ਨੇ ਉਹ ਜਿਹੀ ਚੀਜ਼ ਦਿੱਤੀ ਜਿਹੜੀ ਮੰਗੀ ਵੀ ਨਹੀਂ ਸੀ। ਅਸੀਂ ਦਰਬਾਰ ਸਾਹਿਬ ਜਾਈਦਾ ਸੀਗਾ, ਅਸੀਂ ਕਦੀ ਸੋਚਦੇ ਵੀ ਨਹੀਂ ਸੀ ਅੱਛਾ ਇੱਥੇ ਹਰਟੇਕ ਸੋਲਰ ਲਾ ਸਕਦਾ। ਅਤੇ ਮੈਂ
ਅਸੀਂ ਭਾਵੁਕ ਹੋ ਜਾਂਦੇ ਹਾਂ ਬਸ ਸੋਚ ਕੇ ਵੀ। ਉੱਥੇ ਅਸੀਂ ਸੋਲਰ ਲਾਇਆ। ਅਸੀਂ ਦਰਬਾਰ ਸਾਹਿਬ, ਬਾਬਾ ਬੁੱਢਾ ਜੀ ਦਾ ਗੁਰਦੁਆਰਾ ਸਾਹਿਬ ਹੈ ਚੌਬਾਲ ਸਾਹਿਬ, ਅਤੇ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਹੈ, ਉੱਥੇ ਅਸੀਂ ਲਾਇਆ। ਯੂਨਾਈਟਿਡ ਸਿੱਖ ਮਿਸ਼ਨ ਕਰਕੇ ਸੰਸਥਾ US ਦੀ, ਉਹਨਾਂ ਨੇ ਸੇਵਾ ਲਈ ਸੀ ਅਤੇ ਉਹਨਾਂ ਨੇ ਸਾਨੂੰ ਅਪੋਇੰਟ ਕੀਤਾ ਕਿ ਪੂਰਾ ਅਸੀਂ ਪ੍ਰੋਜੈਕਟ ਲਾਈਏ। ਸੋ ਇਹ ਮੈਨੂੰ ਲੱਗਦਾ ਕਿ ਭਾਵੇਂ 30 ਸਾਲ ਬਾਅਦ ਵੀ ਤੁਸੀਂ ਮੈਨੂੰ ਪੁੱਛੋਗੇ ਨਾ, ਇਸ ਤੋਂ ਉੱਪਰ ਸਾਡੀ ਮੈਨੂੰ ਲੱਗਦਾ ਨਹੀਂ ਕਿ ਜੋ ਬਾਬੇ ਨੇ ਸਾਨੂੰ ਬਖਸ਼ਿਆ। ਅਤੇ ਆਈ ਥਿੰਕ ਲੋਕਾਂ ਨੇ ਪਿਆਰ ਦਿੱਤਾ। ਮੋਹਾਲੀ 'ਚ ਸਾਡਾ ਹੈੱਡਕੁਆਟਰ ਹੈ, ਇੱਥੇ ਅੱਜ ਹਟੇਕ ਟਾਵਰਸ, ਐਂਡ ਹੋਰ ਚੜ੍ਹਦੀ ਕਲਾ ਬਸ ਬਾਬਾ ਬਖਸ਼ੇ ਜੀ। ਅੱਛਾ, ਇਹ ਸਬੱਬ ਕਿਵੇਂ ਬਣਿਆ? ਇੰਨੀ ਪਵਿੱਤਰ ਧਰਤੀ, ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ, ਉੱਥੇ ਤੁਹਾਨੂੰ ਸੋਲਰ ਲਾਉਣ ਦਾ ਮੌਕਾ ਮਿਲਿਆ। ਸੋ ਕਿਵੇਂ ਸਾਰਾ ਸਬੱਬ ਬਣਿਆ ਅਤੇ ਫਿਰ ਉਹਨੂੰ ਕਿਵੇਂ ਇੰਪਲੀਮੈਂਟ ਕੀਤਾ? ਅਤੇ ਪਰਟੀਕੂਲਰਲੀ ਉਹ ਸੋਲਰ ਬਾਰੇ ਦੱਸੋ ਵੀ ਉਹਦੀ ਕਿੰਨੀ ਕਪੈਸਿਟੀ ਹੈ ਅਤੇ ਕਿਸ ਤਰੀਕੇ ਦੇ ਨਾਲ ਫਾਇਦਾ ਹੋਊਗਾ ਉੱਥੇ? ਹਾਂਜੀ, ਸੋ ਐਵੇਂ ਸੀਗਾ ਜੀ, ਦੇਖੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਬੈਕ 'ਤੇ ਜਾਣਾ, ਤੁਹਾਡੇ ਲੋਕਾਂ ਨੂੰ ਥੋੜ੍ਹਾ ਹੋਰ ਕਲੀਅਰਿਟੀ ਹੋਊਗੀ ਕਿ ਕਿਵੇਂ ਸਾਡੀ ਸਟੋਰੀ ਕਿਵੇਂ ਬਣੀ। ਦੇਖੋ ਅਸੀਂ ਨਾ 2011 ਵਿੱਚ ਹੀ ਸੋਲਰ ਦੇ ਕੰਮ 'ਚ ਆ ਗਏ ਸੀ। ਜੇ ਅਸੀਂ ਅੱਜ ਵੀ ਦੇਖਦੇ ਹਾਂ ਤਕਰੀਬਨ 30 ਜਾਂ 40 ਸਿਟੀਜ਼ ਪੂਰੀ ਦੁਨੀਆ ਦੀ, 15 ਤੋਂ 16 ਮੋਸਟ ਪੋਲਿਊਟਿਡ ਜਿਹੜੀ ਸਿਟੀਜ਼ ਹੈ ਪੂਰੀ ਦੁਨੀਆ ਵਿੱਚ, 15 ਤੋਂ 16 ਇੰਡੀਆ 'ਚੋਂ ਆਉਂਦੀ ਹੈ। ਗਲੋਬਲ ਵਾਰਮਿੰਗ ਦੀ ਗੱਲ ਕਰੀਏ, ਕਲਾਈਮੇਟ ਚੇਂਜ ਦੀ ਗੱਲ ਕਰੀਏ, ਸਸਟੇਨੇਬਲ ਐਨਰਜੀ ਇੱਕ ਇਹੋ ਜਿਹੀ ਚੀਜ਼ ਹੈ ਵੀ ਜਿਹੜੀ ਜ਼ਰੂਰੀ ਹੈ। ਸੋ ਸਾਨੂੰ ਇਹ 2011 ਬਿਕੋਜ਼ ਅਸੀਂ ਆਲਰੇਡੀ ਪਾਵਰ ਸੈਕਟਰ ਦੇ ਕੰਮ ਵਿੱਚ ਸੀਗੇ, ਅਤੇ ਸਾਨੂੰ ਇਹ ਰਿਅਲਾਈਜੇਸ਼ਨ ਸੀਗੀ ਕਿ ਵੀ ਇਹ ਫਿਊਚਰ ਹੈ। ਇਹ 2011 ਦੀ ਗੱਲ ਕਰ ਰਹੇ, ਅਤੇ ਅਸੀਂ ਉਹ ਕੰਮ 'ਚ ਪੈ ਗਏ। ਅਤੇ 2011, 12, 13 ਅਸੀਂ ਪਹਿਲਾਂ ਜਿਹੜੇ ਲੈਂਡ 'ਤੇ ਨਹੀਂ ਹੁੰਦੇ ਫਾਰਮ, ਵੱਡੇ ਫਾਰਮਾਂ 'ਤੇ ਅਸੀਂ ਲਾ ਰਹੇ ਸੀ ਵੱਡੇ ਸੋਲਰ ਲੈਂਡ ਲੈ ਕੇ, ਉੱਥੇ ਅਸੀਂ ਉਹਦਾ ਗ੍ਰਿਡ ਦਾ ਕੰਮ ਕਰਨਾ, ਉਹਦੀ ਸੋਲਰ ਦਾ ਕੰਮ ਕਰਨਾ। ਤੁਸੀਂ 100 ਮੈਗਾਵਾਟ 200 ਮੈਗਾਵਾਟ ਕਰਿਆ। ਫਿਰ 2014-15 'ਚ ਸਾਨੂੰ ਲੱਗਿਆ ਵੀ ਜਿਹੜੀ ਛੱਤ ਹੈ, ਹੁਣ ਛੱਤ 3 ਤਰੀਕੇ ਦੀ ਹੈ। ਇੱਕ ਘਰ ਦੀ ਛੱਤ ਹੈ, ਰੈਜ਼ੀਡੈਂਸ਼ੀਅਲ ਰੂਫ ਕਹਿੰਦੇ ਆ। ਇੱਕ ਕਮਰਸ਼ੀਅਲ ਰੂਫ ਹੈ। ਕਮਰਸ਼ੀਅਲ ਰੂਫ ਮਤਲਬ ਕਿਸ ਦਾ ਕੋਈ ਕਮਰਸ਼ੀਅਲ ਬਿਲਡਿੰਗ ਹੈ, ਕੁਛ ਹੈ। ਇੱਕ ਇੰਡਸਟਰੀਅਲ ਰੂਫ ਹੈ। ਇੰਡਸਟਰੀਅਲ ਰੂਫ ਕਿਸ ਦਾ ਕੋਈ ਟੈਕਸਟਾਈਲ ਯੂਨਿਟ ਹੈ, ਕਿਸ ਦੇ ਕੋਈ ਸਟੀਲ ਫੈਕਟਰੀ ਹੈ, ਕਿਸ ਦਾ ਕੁਛ ਹੈ। ਤਾਂ ਅਸੀਂ ਰਿਅਲਾਈਜ਼ ਕਰਿਆ ਵੀ ਜਿਹੜੀ ਛੱਤ ਤਾਂ ਖਾਲੀ ਹੈ। ਅਤੇ ਤੁਸੀਂ ਬ੍ਰਦਰ ਇੱਕ ਚੀਜ਼ ਜੇ ਨੋਟ ਕਰੋ, ਕੋਈ ਵੀ ਸੋਰਸ ਆਫ ਐਨਰਜੀ, ਭਾਵੇਂ ਥਰਮਲ ਕੋਇਲੀ, ਭਾਵੇਂ ਤੁਸੀਂ ਹਾਈਡਰੋ ਲੈ ਲਓ, ਭਾਵੇਂ ਤੁਸੀਂ ਵਿੰਡ ਲੈ ਲਓ, ਸੋਲਰ ਕੱਲੀ ਪਾਵਰ ਹੈ ਜਿਹੜੀ ਛੱਤ 'ਤੇ ਤੁਸੀਂ ਲਾ ਸਕਦੇ ਹੋ। ਤੁਸੀਂ ਆਪਣੇ ਛੱਤ 'ਤੇ ਥਰਮਲ ਪਲਾਂਟ ਨਹੀਂ ਲਾ ਸਕਦੇ, ਤੁਸੀਂ ਛੱਤ 'ਤੇ ਹਾਈਡਰੋ ਨਹੀਂ ਲਾ ਸਕਦੇ, ਛੱਤ 'ਤੇ ਵਿੰਡ ਨਹੀਂ ਲਾ ਸਕਦੇ। ਸੋ ਜਦੋਂ ਮੈਨੂੰ ਇਹ 2014 ਵਿੱਚ ਸਾਡੀ ਟੀਮ ਨੂੰ ਰਿਅਲਾਈਜੇਸ਼ਨ ਹੋਈ ਕਿ ਸੋਲਰ ਜਿਹੜਾ ਸੀਗਾ ਵਾਜ਼ ਆਲਵੇਜ਼ ਮੈਂਟ ਟੂ ਬੀ ਇੰਸਟਾਲਡ ਔਨ ਰੂਫਟਾਪ, ਅਸੀਂ ਕਿਹਾ ਚਲੋ। ਅਤੇ ਸਾਡਾ ਇੰਡਸਟਰੀ ਵੱਲ ਐਕਸਪੋਜਰ ਬਹੁਤ ਸਟਰੋਂਗ ਸੀਗਾ, ਕਿਉਂਕਿ ਅਸੀਂ ਕੰਮ ਪੂਰੀ ਇੰਡਸਟਰੀ ਨਾਲ ਉਹਨਾਂ ਦੀ ਇਲੈਕਟ੍ਰੀਕਲ ਨੀਡਸ ਲਈ ਅਸੀਂ ਕੰਮ ਕਰ ਚੁੱਕੇ ਸੀ, ਗ੍ਰਿਡ ਲਾ ਚੁੱਕੇ ਸੀ। ਅਸੀਂ ਉਹਨਾਂ ਕੋਲ ਜਾਣ ਲੱਗੇ, ਉਹਨਾਂ ਨੂੰ ਆਈਡੀਆ ਬੜਾ ਵਧੀਆ ਲੱਗਿਆ, ਉਹਨਾਂ ਦੇ ਪੈਸੇ ਬਚ ਰਹੇ ਸੀ, ਬਿਜਲੀ ਦਾ ਬਿੱਲ ਖਤਮ ਹੋ ਰਹੀ ਸੀ। ਅਤੇ ਕਈ ਜਿਹੜੇ ਇੰਡਸਟਰੀਅਲ ਲੋਕ ਸੀ ਉਹ ਬੜੇ ਖੁਸ਼ ਹੋਏ ਕਿ ਵੀ ਕਾਰਬਨ ਇਮਿਸ਼ਨ 'ਤੇ ਉਹ ਸੇਵ ਕਰ ਰਹੇ ਸੀ, ਇਨਵਾਇਰਮੈਂਟ ਨੂੰ ਵੀ ਤਾਂ ਬੈਟਰ ਕਰ ਰਹੇ ਸੀ। ਤਾਂ ਇੱਥੋਂ ਅਸੀਂ ਰੂਫਟਾਪ ਦੀ ਜਰਨੀ ਸਟਾਰਟ ਕੀਤੀ, ਐਂਡ ਕਰਦੇ ਕਰਦੇ ਅਸੀਂ ਟੌਪ 10 ਵਿੱਚ ਪਹੁੰਚੇ, ਟੌਪ 10 ਪੂਰੇ ਇੰਡੀਆ ਦੇ ਟੌਪ 10 ਵਿੱਚ ਪਹੁੰਚੇ। ਅਤੇ 2019-20 ਤੱਕ ਅਸੀਂ ਕਾਫੀ ਪ੍ਰੋਜੈਕਟਸ ਕਰ ਚੁੱਕੇ ਸੀ। ਮਤਲਬ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ 4000 ਮੈਗਾਵਾਟ ਲਾ ਚੁੱਕੇ ਸੀ। ਰੂਫਟਾਪ 'ਚ ਵੀ ਅਸੀਂ ਬੜੇ ਪ੍ਰੋਜੈਕਟ ਕਰ ਲਏ। ਅਤੇ ਸਾਨੂੰ ਜੀ ਇਹ ਪਿਛਲੇ ਸਾਲ ਦੀ ਗੱਲ ਹੈ ਜਦੋਂ ਦਰਬਾਰ ਸਾਹਿਬ ਸਾਨੂੰ ਬਖਸ਼ਿਆ, ਅਤੇ ਯੂਨਾਈਟਿਡ ਸਿੱਖ ਮਿਸ਼ਨ, ਮੈਂ ਤੁਹਾਨੂੰ ਦੱਸਿਆ ਕੈਲੀਫੋਰਨੀਆ ਦੀ NGO ਹੈ, ਉਹਨਾਂ ਨੇ ਪੂਰਾ ਐਨਾਲਿਸਿਸ ਕੀਤਾ, ਸਾਰਾ ਕੁਝ ਕਰਕੇ ਫਾਈਨਲਾਈਜ਼ ਉਹਨਾਂ ਨੇ ਸਾਡੇ 'ਤੇ ਪਿਨ ਪੁਆਇੰਟ ਕਰਿਆ ਵੀ ਉਹਨਾਂ ਨੇ ਜੋ ਵੀ ਉਹਨਾਂ ਦਾ ਐਨਾਲਿਸਿਸ ਸੀਗਾ ਕਿ ਜੀ ਹਟੇਕ ਨੇ ਇਹ ਪ੍ਰੋਜੈਕਟ ਲਾਉਣਾ ਹੈ। ਅਤੇ ਮਾਰਚ ਪਿਛਲੇ ਸਾਲ ਅਸੀਂ ਸਟਾਰਟ ਕਰਿਆ ਸੀ। 3 ਗੁਰਦੁਆਰੇ ਸਾਹਿਬ ਜੀ, ਇੱਕ ਸ਼੍ਰੀ ਹਰਿਮੰਦਰ ਸਾਹਿਬ, ਉੱਥੇ ਅਸੀਂ 525 ਕਿਲੋਵਾਟ ਲੱਗਿਆ, ਅਤੇ ਉਹਦੇ ਵਿੱਚ ਜਿੰਨੀ ਵੀ ਸਰਾਵਾਂ ਕਵਰ ਹੋ ਗਈਆਂ, ਨਵਾਂ ਜੋੜਾ ਘਰ ਜਿਹੜਾ ਬਣਿਆ ਉਹ ਵੀ ਸਾਰਾ ਕਵਰ ਹੋ ਗਿਆ। ਫਿਰ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ, ਉੱਥੇ ਤਕਰੀਬਨ 100 ਕਿਲੋਵਾਟ ਦੇ ਆਸ-ਪਾਸ ਉੱਥੇ ਲਾਇਆ। ਅਤੇ ਚੌਬਾਲ ਸਾਹਿਬ ਗੁਰਦੁਆਰਾ ਸਾਹਿਬ ਹੈ ਉੱਥੇ, ਹਾਂਜੀ ਬਾਬਾ ਬੁੱਢਾ ਜੀ ਦੇ ਗੁਰਦੁਆਰਾ, ਉੱਥੇ ਅਸੀਂ 500 ਕਿਲੋਵਾਟ ਦੇ ਆਸ-ਪਾਸ ਲਾਇਆ ਸੀ। ਟੋਟਲ ਜੇ ਆਪਾਂ ਤਿੰਨਾਂ ਨੂੰ ਮਿਲਾ ਲਈਏ ਤਕਰੀਬਨ 1200 ਕਿਲੋਵਾਟ ਦੇ ਆਸ-ਪਾਸ। ਇਹ ਹਾਲੇ ਫੇਜ਼ 1 ਹੈ। ਔਰ ਤੁਸੀਂ ਇਹ ਇਮੈਜਿਨ ਕਰੋ ਕਿ ਅਸੀਂ ਕੋਈ ਵੀ ਸੰਸਥਾ ਜਾਂਦੇ ਹਾਂ, ਭਾਵੇਂ ਗੁਰਦੁਆਰਾ ਹੈ, ਭਾਵੇਂ ਮੰਦਿਰ ਹੈ, ਭਾਵੇਂ ਮਸਜਿਦ ਹੈ, ਕੋਈ ਵੀ ਮਤਲਬ ਆਪਾਂ ਰਿਲੀਜੀਅਸ ਇੰਸਟੀਟਿਊਟ ਕਰਦੇ, ਸਭ ਤੋਂ ਜ਼ਿਆਦਾ ਲੋਕ ਆਉਂਦੇ ਆ। ਅਤੇ ਤੁਸੀਂ ਇਮੈਜਿਨ ਕਰੋ ਕਿ ਕਿੰਨੀ ਅਵੇਅਰਨੈਸ ਕ੍ਰੀਏਟ ਹੋ ਰਹੀ ਹੈ। ਸਾਨੂੰ ਅੱਜ ਵੀ ਬ੍ਰਦਰ, ਮੈਨੂੰ ਪਤਾ ਉਹ ਲੋਕਾਂ ਨੇ ਲਾਉਣਾ ਨਹੀਂ, ਉਹ ਫੋਨ ਕਰਦੇ ਆ, ਕਹਿੰਦੇ ਜੀ ਉਹ ਸੋਲਰ ਪੈਨਲ ਜੇ ਆਪਾਂ ਛੱਤ 'ਤੇ ਲਾ ਲਿਆ ਅਤੇ ਮੇਰਾ ਯਾਰ AC ਚੱਲ ਜੂਗਾ, ਮੇਰਾ ਪੱਖਾ ਚੱਲ ਜੂਗਾ, 1 ਕਿਲੋਵਾਟ ਦਾ ਖਰਚਾ ਕਿੰਨਾ ਆਉਂਦਾ। ਹੁਣ ਹੋ ਕੀ ਰਿਹਾ ਬ੍ਰਦਰ ਕਿ ਅਵੇਅਰਨੈਸ ਕ੍ਰੀਏਟ ਹੋ ਰਹੀ ਹੈ। ਹੁਣ ਉਹ ਗੁਰਦੁਆਰੇ ਸਾਹਿਬ 'ਚ ਇਹੋ ਇੰਨੀ ਵੱਡੀ ਸਥਾਨ 'ਚ ਲੱਗਿਆ ਕਿ ਪੂਰੀ ਦੁਨੀਆ 'ਚ ਅਵੇਅਰਨੈਸ ਕ੍ਰੀਏਟ ਹੋ ਗਈ ਕਿ ਹਾਂ ਮੈਸੇਜ ਕਨਵੇ ਹੋ ਗਿਆ ਕਿ ਵੀ ਸਸਟੇਨੇਬਲ ਐਨਰਜੀ, ਕਲੀਨ ਐਨਰਜੀ ਦਾ ਫਿਊਚਰ ਹੈ। ਅਤੇ ਇਹ ਸਾਡੀ ਛੋਟੀ ਜਿਹੀ ਕਹਾਣੀ ਸੀਗੀ ਵੀ ਕਿਵੇਂ ਸਾਨੂੰ ਮੌਕਾ ਮਿਲਿਆ, ਐਂਡ ਅਸੀਂ ਬਹੁਤ ਬਲੈਸਡ ਫੀਲ ਕਰਦੇ ਹਾਂ ਜੀ। ਐਂਡ ਹੁਣ ਹੋਰ ਵੀ ਜਿੰਨਾ ਹੁਣ ਅਸੀਂ ਸਾਨੂੰ ਓਪਰਚੁਨਿਟੀ ਮਿਲਦੀ ਰਹੂਗੀ ਉਹ ਕਰਦੇ ਰਹਾਂਗੇ ਜੀ। ਸਿਮਰਪ੍ਰੀਤ ਜੀ, ਤੁਸੀਂ ਦੱਸਿਆ ਵੀ ਸਸਟੇਨੇਬਲ ਐਨਰਜੀ ਦਾ ਫਿਊਚਰ ਹੈ। ਜਿਵੇਂ ਤੁਸੀਂ ਜਰਨੀ ਸ਼ੁਰੂ ਕੀਤੀ ਅਤੇ ਚੇਂਜਿਸ ਕੀ ਵੇਖਿਆ? 1990 ਦਾ ਜਿਹੜਾ ਸਮਾਂ ਸੀ, ਉਸ ਵੇਲੇ ਕੀ ਲੱਗਦਾ ਸੀਗਾ? ਸੋਲਰ ਕਿੱਥੇ ਜੇ ਸੀ ਅਤੇ ਅੱਜ ਕਿੱਥੇ ਜੇ ਦੇਖਦੇ ਹੋ ਕਿ ਕਿਵੇਂ ਬਦਲਾਅ ਆ ਰਿਹਾ ਇਹਦੇ ਵਿੱਚ? ਇਹ ਤਾਂ ਜੀ ਪਿਛਲੇ 5 ਸਾਲਾਂ 'ਚ ਹੀ ਬਦਲਿਆ।
ਸਾਰਾ ਤੁਸੀਂ ਦੇਖੋ ਅੱਜ ਇੰਡੀਆ ਦੀ ਜਿਹੜੀ ਇੰਸਟਾਲਡ ਕੈਪੈਸਿਟੀ ਤਕਰੀਬਨ ਲੈਂਡ 'ਤੇ ਜਿਹੜੀ ਲੱਗੀ ਹੈ ਤਕਰੀਬਨ 50 ਗੀਗਾਵਾਟ 50 ਤੋਂ 60 ਗੀਗਾਵਾਟ ਹੈ। ਅਤੇ ਤੁਸੀਂ ਜੇ ਮੈਨੂੰ 91 ਦੀ ਗੱਲ ਕਰਨ 2010 ਵਿੱਚ ਕੁਛ ਸੀਗਾ ਹੀ ਨਹੀਂ, 5 ਗੀਗਾਵਾਟ ਵੀ ਨਹੀਂ ਸੀਗਾ, 4 ਗੀਗਾਵਾਟ ਵੀ ਨਹੀਂ ਸੀਗਾ। ਸੋ ਇਹਦੇ 'ਚ ਨਾ ਬ੍ਰਦਰ ਸਭ ਤੋਂ ਵੱਡੀ ਜਿੱਤ ਜਿਹੜੀ ਹੈ ਉਹ ਲੋਕਾਂ ਦੀ ਹੈ, ਕੰਜ਼ਿਊਮਰ ਹੈ ਜਿਹੜੇ ਤੁਸੀਂ ਮੈਂ ਅਸੀਂ ਕੰਜ਼ਿਊਮਰ ਦੀ ਜਿੱਤ ਹੈ ਕਿ ਸਹੀ ਡਿਸੀਜਨ ਲੈ ਰਿਹਾ। ਅੱਜ ਤੁਸੀਂ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕੋਈ ਵੀ ਨਵਾਂ ਘਰ ਬਣਦਾ, ਕੋਈ ਵੀ ਨਵੀਂ ਬਿਲਡਿੰਗ ਬਣਦਾ, ਇੱਕ ਵਾਰ ਜਿਹੜਾ ਓਨਰ ਹੈ ਸੋਚਦਾ ਜ਼ਰੂਰ ਹੈ ਛੱਤ ਖਾਲੀ ਪਈ ਸੋਲਰ ਲਾ ਲਈਏ। ਅੱਜ ਤੁਸੀਂ ਦੇਖੋ ਇਹ ਵਾਲੀ ਰੋਡ 'ਤੇ ਤੁਸੀਂ ਏਅਰਪੋਰਟ ਰੋਡ 'ਤੇ ਚੈੱਕ ਕਰ ਲਓ, ਮੋਹਾਲੀ ਰੋਡ 'ਤੇ ਤੁਸੀਂ ਸਾਨੂੰ ਦਿਖੂਗਾ ਹਰ ਛੱਤ 'ਤੇ ਕੋਈ ਨਾ ਕੋਈ ਸੋਲਰ ਲੱਗਿਆ ਹੀ ਹੁੰਦਾ। ਸੋ ਇਹ ਨਾ ਜੀ ਮੈਂ ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਕਹਿੰਦੇ ਦ ਮੋਸਟ ਪਾਵਰਫੁਲ ਥਿੰਗ ਇਨ ਦ ਵਰਲਡ ਇਜ਼ ਦੈਟ ਆਈਡੀਆ ਹੁਜ਼ ਟਾਈਮ ਹੈਜ਼ ਕਮ। ਇਹਨੂੰ ਰੋਕ ਨਹੀਂ ਸਕਦਾ। ਇਹ ਤਾਂ ਉਹੋ ਜਿਹੀ એનર્ਜੀ ਜਿਹੜੀ ਆਲਰੇਡੀ ਰੱਬ ਨੇ ਦਿੱਤੀ ਹੋਈ ਹੈ, ਉਹਨੂੰ ਅਸੀਂ ਯੂਜ਼ ਕਰ ਰਹੇ ਹਾਂ ਔਰ ਉਹਦਾ ਕੁਝ ਪਰਸੈਂਟੇਜ ਅਸੀਂ ਯੂਜ਼ ਕਰ ਰਹੇ ਹਾਂ। ਸੋ ਚੇਂਜਸ ਬ੍ਰਦਰ ਸਭ ਤੋਂ ਵੱਡਾ ਚੇਂਜ ਤਾਂ ਟੈਕਨੋਲੋਜੀ 'ਚ ਆਇਆ, ਦੂਜਾ ਅਵੇਅਰਨੈਸ 'ਚ ਆਇਆ। ਮੈਂ ਬਾਰ-ਬਾਰ ਇਹ ਗੱਲ ਇਸ ਲਈ ਕਹਿਣਾ ਕਿ ਸੋਲਰ ਤਾਂ ਹਮੇਸ਼ਾ ਸੀ ਨਾ, 91 'ਚ ਵੀ ਸੀਗਾ, 1900 'ਚ ਵੀ ਸੀਗਾ, 1920 'ਚ ਵੀ ਸੀਗਾ, 2010 'ਚ ਵੀ ਅੱਜ ਵੀ ਹੈ। ਸੋ ਸੋਲਰ ਵਾਜ਼ ਆਲਵੇਜ਼ ਦੇਅਰ। ਲੋਕਾਂ 'ਚ ਅਵੇਅਰਨੈਸ ਕ੍ਰੀਏਟ ਹੋਈ ਹੈ ਅਤੇ ਸਾਡੀ ਕੰਪਨੀ ਨੇ, ਮੈਂ ਅੱਜ ਵੀ ਕਹਿੰਦਾ, ਅੱਜ ਸਾਨੂੰ ਬਖਸ਼ਿਆ ਲੋਕਾਂ ਨੇ, ਅੱਜ ਕਸਟਮਰਸ ਨੇ ਸਾਨੂੰ, ਤੁਸੀਂ ਲੋਕਾਂ ਨੇ ਪਿਆਰ ਦਿੱਤਾ ਤਾਂ ਅੱਜ ਅਸੀਂ ਟੌਪ 10 'ਚ ਪਹੁੰਚੇ ਹਾਂ। ਮੈਂ ਅੱਜ ਵੀ ਕਹਿੰਦਾ ਤੁਸੀਂ ਭਾਵੇਂ ਹਟੇਕ 'ਚੋਂ ਲਾਓ ਸੋਲਰ, ਤੁਸੀਂ ਭਾਵੇਂ ਕਿਸੇ ਤੋਂ ਵੀ ਲਾਓ ਜ਼ਰੂਰ, ਕਿਉਂਕਿ ਇਹ ਚੰਗੀ ਚੀਜ਼ ਹੈ ਔਰ ਇਹ ਅੱਗੇ ਦੀ ਜਨਰੇਸ਼ਨਸ 25 ਸਾਲ ਦੀ ਤੁਹਾਡੀ ਪਲਾਂਟ ਚੱਲਣਾ ਹੈ। ਸੋ ਤੁਸੀਂ ਇੱਕ ਨਾਟ ਓਨਲੀ ਤੁਸੀਂ ਕਲੀਨ એનર્ਜੀ ਬਣਾ ਰਹੇ ਹੋ, ਕਾਰਬਨ ਇਨਵਾਇਰਨਮੈਂਟ ਬਣਾ ਰਹੇ ਹੋ, ਲੇਕਿਨ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਤੁਸੀਂ ਆਪਦਾ ਫਿਊਚਰ ਜਨਰੇਸ਼ਨ ਨੂੰ ਸਿਕਿਉਰ ਕਰ ਰਹੇ ਹੋ। ਅੱਛਾ, ਤੁਸੀਂ ਜਿਵੇਂ ਦੱਸਿਆ ਘਰਾਂ ਦੀ ਤੁਸੀਂ ਗੱਲ ਕਰ ਰਹੇ ਸੀਗੇ ਵੀ 3 ਤਰ੍ਹਾਂ ਦੇ ਨਾਲ ਇਹਨੂੰ ਆਪਾਂ ਕੈਟੇਗਰਾਈਜ਼ ਕਰਦੇ, ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਅਤੇ ਇੰਡਸਟਰੀਅਲ। ਇੱਕ ਜਿਹੜੇ ਟਿਊਬਵੈੱਲਸ ਦੇ ਲਈ ਜਿਹੜੇ ਆਪਾਂ ਲਾਉਂਦੇ ਆ ਉਹ ਅਜੇ ਇੰਨੇ ਪ੍ਰਚਲਿਤ ਕਿਉਂ ਨਹੀਂ ਹੋ ਪਾ ਰਹੇ? ਉਹਦੇ 'ਚ ਕੀ ਕਾਰਨ ਮੰਨਦੇ ਹੋ? ਉਹਦੇ ਵਿੱਚ ਅਵੇਅਰਨੈਸ ਲੱਗਦਾ ਵੀ ਘੱਟ ਹੈ ਜਾਂ ਕੀ ਕਾਰਨ ਹੈ? ਜੀ ਦੇਖੋ ਅਵੇਅਰਨੈਸ ਨਾ ਸੋਲਰ ਦੀ, ਭਾਵੇਂ ਅਸੀਂ ਕਿਸਾਨ ਦੀ ਗੱਲ ਕਰੀਏ, ਭਾਵੇਂ ਪਿੰਡਾਂ 'ਚ ਕਰੀਏ, ਸ਼ਹਿਰਾਂ 'ਚ, ਹਰ ਥਾਂ 'ਤੇ ਹੈ ਸੋਲਰ ਦੀ ਅਵੇਅਰਨੈਸ ਦੀ ਕੋਈ ਹੁਣ ਕਮੀ ਨਹੀਂ ਹੈਗੀ। ਰੂਫਟਾਪ ਦਾ ਜਿਹੜਾ ਕਨਸੈਪਟ ਹੈ, ਕੋਈ ਵੀ ਅੱਜ ਕਿਸੇ ਦਾ ਕੋਲਡ ਸਟੋਰੇਜ ਹੈ, ਭਾਵੇਂ ਕਿਸੇ ਦੀ ਛੱਤ ਹੈ, ਉਹ ਈਜ਼ੀ ਹੈ ਲਾਉਣਾ। ਵੀ ਆਪਾਂ 5 KVA ਦਾ 10 KVA ਦਾ ਲਾਤਾ, ਅਸੀਂ ਨੋਰਮਲੀ ਵੱਡੇ ਜਿਹੜੇ ਇੰਡਸਟਰੀਜ਼ ਹੈਗੇ ਆ ਉੱਥੇ ਲਾ ਰਹੇ ਹਾਂ, ਵੀ ਜਿੰਨੇ ਕੋਈ ਕਾਲਜ ਹੋ ਗਿਆ ਉੱਥੇ ਲਾ ਰਹੇ ਹਾਂ। ਸੋ ਮੈਨੂੰ ਇਹ ਲੱਗਦਾ ਕਿ ਥੋੜ੍ਹੀ ਹੋਰ ਅਵੇਅਰਨੈਸ ਜਿਵੇਂ ਜਿਵੇਂ ਵਧੂਗੀ ਲੋਕ ਆਈ ਥਿੰਕ ਅਡੋਪਟ ਕਰਦੇ ਰਹਿਣਗੇ। ਬਟ ਹਾਲੇ ਕੀ ਹੁੰਦਾ, ਕੋਈ ਖੇਤ 'ਚ ਵੀ ਬੰਦਾ ਕੋਈ ਫਾਰਮ ਹਾਊਸ ਪਾਉਂਦਾ ਜਾਂ ਕੋਈ ਵੀ ਕੁਝ ਪਾਉਂਦਾ, ਉਹ ਕਹਿੰਦਾ ਯਾਰ ਚੱਲ ਛੱਤ ਖਾਲੀ ਪਈ ਹੈ, ਛੱਤ 'ਤੇ ਨਾ 2 ਪੈਨਲ ਕਰਕੇ 3 ਪੈਨਲ ਲਾ ਕੇ ਆਪਾਂ ਲਾਈਏ, ਕਿਉਂਕਿ ਅਵੇਅਰਨੈਸ ਹੋ ਗਈ। ਸੋ ਤੁਹਾਡੀ ਗੱਲ ਹੈ, ਭਾਵੇਂ ਉਹ ਟਿਊਬਵੈੱਲ ਹੈ, ਭਾਵੇਂ ਸਟਰੀਟ ਲਾਈਟਸ ਹੈ, ਭਾਵੇਂ ਹੋਰ ਨਵੀਂ ਚੀਜ਼ਾਂ ਹੈ, ਜਿਵੇਂ ਜਿਵੇਂ ਹੋਰ ਅਵੇਅਰਨੈਸ ਹੋਊਗੀ, ਜਿਵੇਂ ਮਾਰਕੀਟ ਹੋਰ ਮੈਚਿਓਰ ਹੋਊਗੀ। ਅਤੇ 10 ਸਾਲ ਪਹਿਲਾਂ 20 ਸਾਲ ਪਹਿਲਾਂ ਤੁਸੀਂ ਅਤੇ ਮੈਂ ਅਸੀਂ ਗੱਲ ਕਰਦੇ ਕਦੀ ਸੋਚਿਆ ਸੀਗਾ ਕਿ ਅਸੀਂ ਆਪਦੇ ਫੋਨ 'ਚ ਹੀ ਸਾਰੀ ਮੈਸੇਜਿੰਗ ਕਰ ਲਾਂਗੇ, ਪੂਰੀ ਦੁਨੀਆ 'ਚ ਗੱਲ ਕਰ ਲਾਂਗੇ। ਸੋ ਇਹ ਕੀ ਹੈ ਜੀ, ਟੈਕਨੋਲੋਜੀ ਚੇਂਜ ਹੁੰਦੀ ਹੈ। ਕੁਝ ਕੰਪਨੀਜ਼ ਹੈ ਉਹ ਲੀਡ ਲੈਂਦੀਆਂ, ਉਹ ਇੰਡਸਟਰੀ ਨੂੰ ਲੀਡ ਕਰਦੀਆਂ ਅਤੇ ਪੂਰਾ ਮਾਰਕੀਟ ਸ਼ਿਫਟ ਕਰਦੀਆਂ। ਸੋ ਮੈਨੂੰ ਲੱਗਦਾ ਅਸੀਂ ਕਰ ਰਹੇ ਹਾਂ ਜੀ। ਅਸੀਂ ਤਾਂ ਜਿੰਨਾ ਸਾਡੇ ਤੋਂ ਅਵੇਅਰਨੈਸ ਹੋ ਸਕਦੀ ਹੈ ਪੰਜਾਬ 'ਚ ਨਹੀਂ ਪੂਰੇ ਦੇਸ਼ 'ਚ ਅਸੀਂ ਉਹਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸੌਰ ਊਰਜਾ 'ਤੇ ਕੰਮ ਕਰਨ ਦੀ ਹੋਰ ਮਿਹਨਤ ਕਰਾਂਗੇ ਜੀ ਅੱਗੇ। ਤੁਸੀਂ ਜਿਵੇਂ ਦੱਸਿਆ ਵੀ ਟੌਪ 10 ਕੰਪਨੀਜ਼ ਦੇ ਵਿੱਚ ਤੁਹਾਡਾ ਨਾਮ ਸ਼ਾਮਿਲ ਹੋਇਆ, ਬੜੀ ਵੱਡੀ ਅਚੀਵਮੈਂਟ ਹੈ। ਅਤੇ ਇੱਕ ਇਹ ਵੀ ਦੱਸੋ ਜਿਹੜਾ ਇੱਕ ਹੋਰ ਪ੍ਰਾਪਤੀ ਹੈ ਤੁਹਾਡੀ, ਜਿਹੜਾ ਫਲੋਟਿੰਗ ਸੋਲਰ ਪਲਾਂਟ ਜਿਹੜਾ ਲੱਗਿਆ ਹੈਗਾ, ਉਹਦੇ ਬਾਰੇ ਦੱਸੋ ਜੀ। ਦੇਖੋ ਜੀ, ਜਿਹੜਾ ਟੌਪ 10 'ਤੇ ਮੈਂ ਆਉਣਾ ਬਾਅਦ 'ਚੋਂ। ਫਲੋਟਿੰਗ ਦਾ ਐਵੇਂ ਹੈ ਜੀ, ਮੈਂ ਤੁਹਾਡੇ ਨਾਲ ਪਹਿਲਾਂ ਵੀ ਸ਼ੇਅਰ ਕਰ ਰਿਹਾ ਸੀਗਾ। ਅਸੀਂ ਨਾ, ਤੁਸੀਂ ਲੁਧਿਆਣੇ ਕਿ ਨਹੀਂ ਜਾਂਦੇ ਹੋ, ਤੁਸੀਂ ਇੱਕ ਸੋਲਰ ਦੇਖਦੇ ਹੁੰਦੇ ਹੋ ਪਾਣੀ 'ਚ ਲੱਗਿਆ, ਕਨਾਲ 'ਤੇ ਲੱਗਿਆ। ਅਤੇ ਮੈਂ ਹਰ ਵਾਰ ਦੇਖ ਕੇ ਨਾ ਮੈਨੂੰ ਹੁੰਦਾ ਸੀਗਾ ਕਿ ਅਸੀਂ ਇਹਦੇ 'ਚ ਇਨੋਵੇਸ਼ਨ ਕੀ ਕਰ ਸਕਦੇ ਹਾਂ। ਇਹ ਤਾਂ ਕਨਾਲ 'ਚ ਲੱਗਿਆ, ਅਸੀਂ ਕਿਆ ਸੋਲਰ ਪੈਨਲਸ ਨੂੰ ਫਲੋਟ ਕਰਾ ਸਕਦੇ, ਪਾਣੀ 'ਚ ਫਲੋਟ ਇਹ ਨਹੀਂ ਕਿ ਸਟਰਕਚਰ ਅੰਦਰ ਪਾ ਕੇ। ਅਤੇ ਸਾਨੂੰ ਫਿਰ ਮੌਕਾ ਮਿਲਿਆ ਜੀ ਚੰਡੀਗੜ੍ਹ ਵਿੱਚ, ਸਾਨੂੰ ਪਤਾ ਲੱਗਿਆ ਵੀ ਫਲੋਟਿੰਗ ਜਿਹੜਾ ਵਾਟਰ ਵਰਕਸ ਹੈ 39 ਸੈਕਟਰ, ਉੱਥੇ ਉਹ ਟੈਂਡਰ ਆਇਆ ਅਤੇ ਫਲੋਟਿੰਗ ਸੋਲਰ ਦਾ, ਅਤੇ 2 ਮੈਗਾਵਾਟ ਦਾ ਅਸੀਂ ਪੂਰਾ ਡਿਜ਼ਾਈਨ, ਪੂਰੀ ਟੀਮ ਨੇ ਲੱਗ ਕੇ ਉਹ ਫਲੋਟਿੰਗ ਪ੍ਰੋਜੈਕਟ ਜਿਹੜਾ ਹੈ, ਤੁਹਾਡੇ ਜਿੰਨੇ ਵੀ ਵਿਊਅਰ ਸੁਣ ਰਹੇ ਉਹਨਾਂ ਨੂੰ ਜਾਣ ਕੇ ਇੰਨੀ ਖੁਸ਼ੀ ਹੋਊਗੀ, ਨਾਰਥ ਇੰਡੀਆ ਦਾ ਲਾਰਜੈਸਟ ਫਲੋਟਿੰਗ ਸੋਲਰ ਹੈ। 2017 'ਚ ਇੱਕ ਸੋਚ ਆਈ ਸੀ ਕਿ ਆਪਾਂ ਸੋਲਰ ਨੂੰ ਪਾਣੀ 'ਤੇ ਲਾ ਸਕਦੇ ਹਾਂ, ਕਿਉਂਕਿ ਉਹਦੇ ਨਾਲ ਕਿੰਨੇ ਬੈਨੀਫਿਟ ਹੋ ਗਏ, ਵੈਪੋਰੇਸ਼ਨ ਬਚੂਗੀ, ਸਾਰੀ ਚੀਜ਼ਾਂ ਬਚਦੀ ਹੈ। ਐਂਡ ਤੁਸੀਂ ਇੱਕ ਹੋਰ ਏਰੀਆ ਬਣਾ ਲਿਆ, ਤੁਸੀਂ ਪਹਿਲਾਂ ਲੈਂਡ 'ਤੇ ਲਾਇਆ, ਫਿਰ ਰੂਫ 'ਤੇ ਲਾਇਆ, ਫਿਰ ਹੁਣ ਤੁਸੀਂ ਪਾਣੀ 'ਤੇ ਫਲੋਟ ਕਰਾ ਰਹੇ ਹੋ। ਸੋ ਉਹ ਸਾਨੂੰ ਹੁਣੇ, ਐਂਡ ਸਾਡੇ ਲਈ ਔਨਰ ਇਹ ਸੀਗਾ ਕਿ ਪ੍ਰੈਜ਼ੀਡੈਂਟ ਆਫ ਇੰਡੀਆ, ਔਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਫਾਊਂਡੇਸ਼ਨ ਸਟੋਨ ਲੇ ਕੀਤਾ। ਅਤੇ ਤੁਹਾਡੇ ਲੋਕਾਂ ਨੂੰ ਉਹ ਪ੍ਰੋਜੈਕਟ ਵੀ ਜਲਦ ਤੋਂ ਜਲਦ ਦਿਖਾਵਾਂਗੇ ਜਾ ਕੇ, ਖਤਮ ਹੋਣ ਵਾਲਾ, ਅਤੇ ਉਹ ਵੀ ਬਹੁਤ ਵੱਡੀ ਅਚੀਵਮੈਂਟ ਸੀ। ਜਿੱਥੋਂ ਤੱਕ ਟੌਪ 10 ਦੀ ਗੱਲ ਹੈ, ਬ੍ਰਦਰ ਦੇਖੋ ਅਸੀਂ ਕਦੀ ਸੋਚਿਆ ਨਹੀਂ ਸੀਗਾ ਕਿ ਵੀ ਅਸੀਂ ਮੋਹਾਲੀ 'ਚ ਬੈਠ ਕੇ, ਐਂਡ ਮੈਂ ਇੱਕ ਹੋਰ ਵੀ ਪੁਆਇੰਟ
ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸਾਰਿਆਂ ਨਾਲ। ਅਸੀਂ ਜਦੋਂ ਮੁਹਾਲੀ 'ਚ ਇੱਥੇ ਅੱਜ ਬੈਠੇ ਨਾ, ਸਾਨੂੰ ਬਹੁਤ ਲੋਕ ਕਹਿੰਦੇ ਵੀ ਕੋਈ ਸਾਡੇ ਇੰਜੀਨੀਅਰਸ ਹਾਇਰ ਕਰਦੇ ਆ। ਜਿਹੜਾ ਬੰਦਾ ਸਾਡੇ ਜਿੰਨੇ ਵੀ ਕੰਪੀਟੀਟਰਸ ਹੈ, ਕੋਈ ਬੈਂਗਲੌਰ, ਕੋਈ ਬੰਬੇ, ਕੋਈ ਦਿੱਲੀ, ਸਾਡੇ ਤੋਂ 2 ਗੁਣਾ 5 ਗੁਣਾ 10 ਗੁਣਾ ਮੈਟਰੋ ਸਿਟੀਜ਼ ਵਿੱਚ ਸਾਰੇ। ਅਤੇ ਸਾਨੂੰ ਨਾ ਹਮੇਸ਼ਾ ਬਿਕੋਜ਼ ਅਸੀਂ ਇੱਕ ਮਤਲਬ ਉਸ ਲੈਵਲ ਦਾ ਕੰਮ ਕਰ ਰਹੇ, ਇਨਫਰਾ ਦਾ ਕੰਮ ਕਰ ਰਹੇ, ਅਤੇ ਮੈਨ ਪਾਵਰ ਹੈ, ਜਿੰਨਾ ਵਧੀਆ ਇੰਜੀਨੀਅਰ ਹੈ ਉਨਾ ਵਧੀਆ ਸਾਡਾ ਪ੍ਰੋਡਕਟ ਹੈ, ਸਰਵਿਸ ਹੈ ਸਾਰੇ ਬਿਜ਼ਨਸਿਸ ਦੀ। ਅਤੇ ਸਾਨੂੰ ਨਾ ਹਮੇਸ਼ਾ ਲੋਕਾਂ ਨੇ ਕਹਿਣਾ ਜੀ ਦਿੱਲੀ ਆਫਿਸ ਖੋਲ੍ਹ ਲਓ ਜੀ, ਬੰਬੇ ਖੋਲ੍ਹ ਲਓ ਜੀ, ਇੱਥੇ ਹੈੱਡਕੁਆਟਰ। ਅਸੀਂ ਕਿਹਾ ਵੀ ਬਹੁਤ ਕਲੀਅਰ ਸੀ, ਹਰਤੇਕ ਜੀ ਵੀ ਬਹੁਤ ਕਲੀਅਰ ਸੀ, ਮੈਂ ਵੀ ਬਹੁਤ ਕਲੀਅਰ ਸੀ ਵੀ ਅਸੀਂ ਆਫਿਸ ਹੈੱਡਕੁਆਟਰ ਤਾਂ ਮੁਹਾਲੀ ਰੱਖਾਂਗੇ। ਮੈਂ ਹਮੇਸ਼ਾ ਨਾ ਆਪਣੀ ਟਾਕਸ ਕਹਿ ਦਿੰਦਾ ਭਾਵੁਕ ਹੋ ਕੇ, ਮੈਂ ਕਿਹਾ ਜੀ ਟਾਟਾ ਜਮਸ਼ੇਦਪੁਰ ਬਣਾ ਸਕਦਾ, ਰਿਲਾਇੰਸ ਜਾਮਨਗਰ ਕਰ ਸਕਦਾ, ਅਤੇ ਹਰਟੇਕ ਨਹੀਂ ਮੁਹਾਲੀ ਕਰ ਸਕਦਾ। ਅਸੀਂ ਇੱਥੇ ਇਹੋ ਜਿਹਾ ਇੱਕ ਇਨਫਰਾਸਟਰਕਚਰ ਬਣਾਈਏ ਕਿ ਇੱਕ ਇੰਜੀਨੀਅਰ, ਇੱਕ ਮਾਂ ਪਿਓ ਦੀ ਅਗਰ ਜੇਕਰ ਕੋਈ ਕੁੜੀ ਹੈ ਮੰਨ ਲਓ ਜੰਮੂ 'ਚ, ਕੋਈ ਹਿਮਾਚਲ 'ਚ, ਉਹਨੂੰ ਬੈਂਗਲੌਰ ਨਾ ਭੇਜਣੀ ਪਏ। ਇੱਥੇ ਅਸੀਂ ਉਨਾ ਵੱਡਾ ਇਨਫਰਾਸਟਰਕਚਰ ਬਣਾਏ ਕਿ ਉਹਨੂੰ ਸੇਮ ਸੈਲਰੀ, ਸੇਮ ਇਨਫਰਾਸਟਰਕਚਰ, ਸੇਮ ਐਕਸਪੀਰੀਅੰਸ, ਸੇਮ ਐਕਸਪੋਜਰ। ਕਿਉਂਕਿ ਬੱਚਾ ਅੱਜ 22 ਸਾਲ ਦਾ ਇਹ ਭਾਲਦਾ ਨਹੀਂ ਮੈਨੂੰ ਸੈਲਰੀ ਚਲੋ ਇੰਪੋਰਟੈਂਟ ਹੈ, ਐਕਸਪੋਜਰ ਕਿਵੇਂ ਮਿਲੇ, ਸੇਮ ਐਕਸਪੋਜਰ। ਅੱਜ ਅਸੀਂ ਇਹ ਹੈੱਡਕੁਆਟਰ 'ਚ ਬੈਠੇ ਹਾਂ, ਅਸੀਂ ਇੱਥੇ ਇਹ ਇਨਫਰਾਸਟਰਕਚਰ ਬਣਾਇਆ, ਸਾਹਮਣੇ ਤੁਹਾਨੂੰ ਮੈਂ ਦਿਖਾਇਆ, ਉੱਥੇ ਅਸੀਂ ਦੂਜਾ ਟਾਵਰ ਬਣਾਉਣ ਲੱਗੇ ਹਾਂ। ਸੋ ਮੇਰੀ ਇੱਕ ਹੋਰ ਵੀ ਬੇਨਤੀ ਹੈ, ਦੇਖੋ ਇਹ ਰੈਂਕ ਰੂੰਕ ਤਾਂ ਚੱਲਦੇ ਰਹਿੰਦੇ, ਅੱਜ ਅਸੀਂ 6ਵੇਂ 'ਤੇ 4ਵੇਂ 'ਤੇ ਕੱਲ੍ਹ ਪਹਿਲੇ 'ਤੇ ਆ ਜਾਵਾਂਗੇ, ਕੁਛ ਹੈ। ਲੇਕਿਨ ਮੇਰੀ ਬੇਨਤੀ ਜਿੰਨੇ ਵੀ ਇੰਜੀਨੀਅਰ, ਜਿੰਨੇ ਵੀ ਬੱਚੇ ਰੀਜਨ ਦੇ ਸੁਣ ਰਹੇ, ਪੰਜਾਬ, ਜਿੰਨੇ ਵੀ ਰੀਜਨ ਆਸ-ਪਾਸ, ਹਰਿਆਣਾ, ਹਿਮਾਚਲ, ਜਿੰਨੇ ਵੀ ਬੱਚੇ ਸੁਣ ਰਹੇ ਆ, ਹਰਟੇਕ ਸਾਨੂੰ ਓਪਰਚੁਨਿਟੀ ਦਿੰਦਾ। ਤੁਹਾਨੂੰ ਟ੍ਰੇਨਿੰਗ ਦੀ ਰਿਕੁਆਇਰ ਹੈ, ਤੁਹਾਨੂੰ ਕੋਈ ਸਕਿਲਿੰਗ ਦੀ ਰਿਕੁਆਇਰ ਹੈ, ਸਾਨੂੰ ਕੰਟੈਕਟ ਕਰੋ। ਸਾਡਾ ਮੇਨ ਪਰਪਸ ਹੈ ਕਿ ਅਸੀਂ ਇਹ ਏਰੀਆ ਨੂੰ ਅੱਜ ਸਾਨੂੰ ਪ੍ਰਾਊਡ ਇਹ ਮਹਿਸੂਸ ਹੁੰਦਾ ਵੀ ਅਸੀਂ ਇਸ ਰੀਜਨ ਦੇ ਇਕੱਲੇ ਉਹ ਪਲੇਅਰ ਹੈ ਜਿਹੜੇ ਟੌਪ 10 'ਚ ਹੈ। ਸੋ ਲੋਕ ਜੁੜਨ ਐਂਡ ਸਸਟੇਨੇਬਲ ਐਨਰਜੀ, ਜਿਵੇਂ ਤੁਸੀਂ ਕਿਹਾ, ਜਿਵੇਂ ਬਾਕੀ ਕਹਿੰਦੇ ਫਿਊਚਰ ਹੈ ਹੀ ਹੈ, ਅਤੇ ਯੰਗਸਟਰ ਜਿੰਨੇ ਜੁੜਨਗੇ ਉਹਨਾਂ ਸਾਨੂੰ ਹੋਰ ਪੋਜ਼ੀਟਿਵਿਟੀ ਆਊਗੀ। ਸੋ ਮੈਂ ਕਹਿੰਦਾ ਟੌਪ 10 ਛੱਡੋ, ਆਪਾਂ ਫਸਟ 'ਤੇ ਆਵਾਂਗੇ। ਬੱਚੇ ਜੁੜਨ, ਯੰਗ ਬੱਚੇ ਜੁੜਨ, ਪੰਜਾਬ, ਹਰਿਆਣਾ, ਹਿਮਾਚਲ ਰੀਜਨ ਦੇ ਬੱਚੇ ਜੁੜਨ। ਐਂਡ ਆਈ ਥਿੰਕ ਇਹੀ ਕੰਮ ਹੈ ਕੰਪਨੀਆਂ ਦਾ। ਮੈਂ ਜਿੰਨੇ ਹੋਰ ਵੀ ਕਈ ਬੰਦੇ ਸੁਣ ਰਹੇ, ਕੰਪਨੀ ਦਾ ਕੰਮ ਹੀ ਇਹੀ ਹੈ ਕਿ ਜਿਹੜੇ ਰੀਜਨ ਜਾਂਦਾ ਉੱਥੇ ਇੰਪਲੋਇਮੈਂਟ ਕ੍ਰੀਏਟ ਕਰਨੀ, ਸਸਟੇਨੇਬਲ ਇੰਪਲੋਇਮੈਂਟ। ਇਹ ਨਹੀਂ ਜੀ ਅੱਜ ਹਾਇਰ ਕਰਿਆ ਜੀ 2 ਸਾਲ ਬਾਅਦ ਕੱਢਤੇ, ਹੈ ਨਹੀਂ। ਸਸਟੇਨੇਬਲ ਇੰਪਲੋਇਮੈਂਟ, ਉਹਨਾਂ ਨੂੰ ਐਕਸਪੋਜਰ, ਉਹਨਾਂ ਦੀ ਜਿਹੜੀ ਇਕਨੋਮਿਕ ਸਟੇਟਸ ਨੂੰ ਅਪਲਿਫਟ ਕਰਨਾ, ਆਈ ਥਿੰਕ ਇਹ ਕੰਪਨੀ ਦਾ ਹੀ ਕੰਮ ਹੈ, ਮੈਨੂੰ ਜੋ ਲੱਗਦਾ। ਇੱਕ ਜਿਵੇਂ ਬ੍ਰੇਨ ਡਰੇਨ ਦੀ ਵੀ ਆਪਾਂ ਗੱਲ ਕਰੀਏ, ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਬੋਲਦੇ ਰਹਿੰਦੇ ਨੇ ਵੀ ਬ੍ਰੇਨ ਡਰੇਨ ਹੋ ਰਿਹਾ, ਬ੍ਰੇਨ ਡਰੇਨ ਨੂੰ ਆਪਾਂ ਰੋਕਣਾ ਹੈ। ਅਤੇ ਤੁਹਾਨੂੰ ਲੱਗਦਾ ਵੀ ਜਿਵੇਂ ਤੁਸੀਂ ਤੁਹਾਡੀ ਇੱਕ ਸੋਚ ਸੀਗੀ ਵੀ ਤੁਸੀਂ ਇੱਥੇ ਹੀ ਸਾਰਾ ਕੁਝ ਸ਼ੁਰੂ ਕਰੋਗੇ ਬਜਾਏ ਕਿ ਕਿਸੇ ਹੋਰ ਮਹਾਨਗਰ ਵਾਲੇ ਪਾਸੇ ਵਧੋਗੇ, ਅਤੇ ਇਹਦੇ ਨਾਲ ਵੀ ਜਿਹੜਾ ਹੈਗਾ ਬ੍ਰੇਨ ਡਰੇਨ ਰੋਕਿਆ ਜਾ ਸਕਦਾ, ਜਿਹੜਾ ਸਟੇਟਸ ਦੇ ਵਿੱਚ ਆਪਾਂ ਕਹਿ ਲਈਏ ਵੀ ਇੱਥੋਂ ਜੇ ਕੰਮ ਨਹੀਂ ਮਿਲਦਾ ਪੰਜਾਬ ਵਾਲੇ ਨੂੰ ਸਾਊਥ ਜਾਣਾ ਪੈਂਦਾ ਜਾਂ ਵੈਸਟ ਵਾਲੇ ਪਾਸੇ ਜਾਣਾ ਪੈਂਦਾ। ਸਰ ਤੁਸੀਂ ਇੰਨਾ ਵਧੀਆ ਸਵਾਲ ਪੁੱਛਿਆ ਨਾ। ਲੋਕ ਕਹਿੰਦੇ ਜੀ ਲੋਕ ਪੰਜਾਬ ਤੋਂ ਕੈਨੇਡਾ ਜਾ ਰਹੇ, ਬ੍ਰੇਨ ਡਰੇਨ ਹੋ ਰਿਹਾ, ਪੰਜਾਬ ਤੋਂ US ਜਾ ਰਹੇ, ਬ੍ਰੇਨ ਡਰੇਨ ਹੋ ਰਿਹਾ। ਜਿਹੜਾ ਬੱਚਾ ਪੰਜਾਬ ਤੋਂ ਗੁੜਗਾਉਂ ਜਾ ਰਿਹਾ, ਹਰਿਆਣੇ ਜਾ ਰਿਹਾ, ਉਹ ਵੀ ਤਾਂ ਬ੍ਰੇਨ ਡਰੇਨ ਹੈ। ਜਿਹੜਾ ਬੱਚਾ ਮੋਹਾਲੀ ਤੋਂ ਬੈਂਗਲੌਰ ਜਾ ਰਿਹਾ, ਉਹ ਨਹੀਂ ਬ੍ਰੇਨ ਡਰੇਨ। ਜਿਹੜਾ ਹੈਦਰਾਬਾਦ ਜਾ ਰਿਹਾ, ਉਹ ਨਹੀਂ ਬ੍ਰੇਨ ਡਰੇਨ। USA ਵਿੱਚ, ਬਾਹਰ ਦੀ ਕੰਟਰੀ ਵਿੱਚ, ਸਟੇਟਸ ਵਿੱਚ ਕੰਪੀਟੀਸ਼ਨ ਹੁੰਦਾ ਵੀ ਕਿਹੜਾ ਬੰਦਾ ਉਹ ਦਾਅ ਲੱਗਦਾ ਕਿ ਇਹ ਕੰਪਨੀ ਇੱਥੇ ਲੱਗੇ। ਸਰ ਮੇਰਾ ਬੜਾ ਸਿੰਪਲ, ਬਹੁਤ ਸਿੰਪਲ ਲੌਜਿਕ ਹੈ। ਤੁਸੀਂ ਬ੍ਰੇਨ ਡਰੇਨ ਦੀ ਗੱਲ ਕਰਦੇ ਆ, ਮੈਂ ਕਹਿੰਦਾ ਤੁਹਾਡੀ ਸਟੇਟ ਤੋਂ ਬਾਹਰ ਬੱਚਾ ਇੱਥੇ ਪੜ੍ਹਿਆ 20 ਸਾਲ 25 ਸਾਲ, ਸਕੂਲਿੰਗ ਕੀਤੀ, ਕਾਲਜ ਕੀਤਾ, ਬੱਚਾ ਚਲਾ ਗਿਆ ਜੀ ਬੈਂਗਲੌਰ IT ਕੰਪਨੀ 'ਚ ਕੰਮ ਕਰੋ, ਬ੍ਰੇਨ ਡਰੇਨ ਹੋਰ ਕੀ ਹੈ। ਸੋ ਅਸੀਂ ਤਾਂ ਸਰ ਇੱਕ ਐਗਜ਼ਾਮਪਲ ਸੈੱਟ ਕਰ ਰਹੇ ਹਾਂ। ਅਸੀਂ ਤਾਂ ਇਹ ਕਹਿ ਰਹੇ ਹਾਂ ਵੀ ਪਾਵਰ ਸੈਕਟਰ ਵਿੱਚ ਅੱਜ, ਇਨਫਰਾਸਟਰਕਚਰ ਸੈਕਟਰ, ਸੋਲਰ ਸੈਕਟਰ 'ਚ ਵੀ ਆਰ ਦੀ ਓਨਲੀ ਕੰਪਨੀ ਐਟ ਦੈਟ ਲੈਵਲ, ਜੋ ਇੱਕ ਪੈਨ ਇੰਡੀਆ ਲੈਵਲ 'ਤੇ ਅਸੀਂ ਇੱਥੇ ਕੰਮ ਕਰ ਰਹੇ। ਹੋਰ ਵੀ ਬਹੁਤ ਅੱਛੀ ਕੰਪਨੀ ਜਿਹੜੇ ਕੰਮ ਕਰ ਰਹੇ ਰੀਜਨਲ ਲੈਵਲ 'ਤੇ। ਅਸੀਂ ਕਹਿੰਦੇ ਹਾਂ ਤੁਸੀਂ ਆਓ ਸਾਡੇ ਕੋਲ, ਤੁਹਾਨੂੰ ਜੋ ਐਕਸਪੋਜਰ ਚਾਹੀਦਾ, ਤੁਹਾਨੂੰ ਜੋ ਉਸ ਲੈਵਲ 'ਤੇ ਚਾਹੀਦਾ, ਵੀ ਵਿਲ ਪ੍ਰੋਵਾਈਡ ਦੈਟ। ਇਹ ਤਾਂ ਆਈ ਥਿੰਕ ਸਾਡਾ, ਮੈਨੂੰ ਲੱਗਦਾ ਬੇਸਿਕ ਕੰਟਰੀਬਿਊਸ਼ਨ ਹੈ। ਐਂਡ ਮੈਂ, ਤੁਸੀਂ ਗੱਲ ਕੀਤੀ ਸਰਕਾਰ ਦੀ ਕੀਤੀ, ਇੱਥੇ ਇੱਕ ਬਹੁਤ ਵਧੀਆ ਚੀਜ਼ ਅਸੀਂ ਇਨੋਵੇਸ਼ਨ ਮਿਸ਼ਨ ਪੰਜਾਬ ਕਰਕੇ ਵੀ ਹੈ। ਉੱਥੇ ਕੀ ਹੈ, ਯੰਗ ਬੱਚੇ ਆ ਰਹੇ, ਸਟਾਰਟਅਪਸ ਆਪਣਾ ਲੈ ਕੇ ਆ ਰਹੇ। ਹੁਣ ਉਹ ਕੀ ਹੈ, ਉਹ ਉੱਥੇ ਇਨਕਿਊਬੇਟ ਕਰ ਰਹੇ ਆ, ਉਹਨਾਂ ਦਾ ਕੋਈ ਆਈਡੀਆ ਹੈ, ਸਾਡੇ ਵਰਗੇ ਬੰਦੇ ਇਨਵੈਸਟ ਕਰਨਗੇ ਤਾਂ ਕਿ ਉਹ ਇੱਥੋਂ ਹੋਮ ਗਰੋਨ ਸਟਾਰਟਅਪਸ ਬਣਨ। ਸੋ ਇਹ ਵੀ ਇੱਕ ਤਰੀਕਾ ਹੈ ਕਿ ਵੀ ਜਿਹੜੇ ਅੱਜ ਰੋਕਣਾ ਚਾਹੁੰਦੇ ਅਸੀਂ ਬੱਚੇ ਬਾਹਰ ਜਾਣ ਨੂੰ, ਅਤੇ ਅਸੀਂ ਤਾਂ ਆਪਣੇ ਪਾਵਰ ਸੈਕਟਰ ਜੋ ਪਲੈਟਫਾਰਮ ਦੇ ਰਹੇ ਹਾਂ। ਬਟ ਆਈ ਥਿੰਕ ਮੈਨੂੰ ਤਾਂ ਲੱਗਦਾ ਹਰ ਇੱਕ ਬੰਦੇ ਨੂੰ ਇਹ ਦੇਖਣਾ ਚਾਹੀਦਾ, ਉਹਦੀ ਮੈਨੂੰ ਲੱਗਦਾ ਇਹ ਬੇਸਿਕ ਕੰਟਰੀਬਿਊਸ਼ਨ ਹੈ ਉਹਦੇ ਨੇਸ਼ਨ ਦੇ ਤਰਫ, ਉਹਦੇ ਸਟੇਟ ਦੇ ਤਰਫ। ਐਂਡ ਸਾਡੇ ਤੋਂ ਜਿੰਨਾ ਹੋ ਪਾਊਗਾ ਬ੍ਰਦਰ ਅਸੀਂ ਕਰਾਂਗੇ ਜੀ। ਇੱਕ ਜਿਹੜਾ ਹੁਣ ਆਪਾਂ ਇਹ ਵੀ ਜ਼ਿਕਰ ਕਰੀ, ਜਿਹੜਾ ਪ੍ਰਾਈਡ ਆਫ ਇੰਡੀਆ ਦੇ ਨਾਲ ਤੁਹਾਨੂੰ ਨਵਾਜ਼ਿਆ ਗਿਆ, ਮੁਬਾਰਕਬਾਦ ਵੀ ਤੁਹਾਨੂੰ ਦਿੰਦੇ ਆ, ਉਹ ਕਿਸ ਲਈ ਤੁਹਾਨੂੰ ਮਿਲਿਆ ਅਤੇ ਉਹ ਕਿੱਥੇ ਮਿਲਿਆ, ਅਤੇ ਉਹ ਸਾਰਾ ਉਹ ਵੀ ਇੱਕ ਦੱਸੋ, ਐਕਸਪੀਰੀਅੰਸ ਸ਼ੇਅਰ ਕਰੋ।
ਨਹੀਂ ਜੀ, ਬਹੁਤ ਹੀ ਵੱਡਾ ਆਨਰ ਸੀਗਾ ਜੀ। ਪ੍ਰਾਈਡ ਆਫ ਇੰਡੀਆ ਸ਼ਿਕਾਗੋ ਵਿੱਚ ਅਵਾਰਡ ਸੀਗਾ ਜੀ। ਤੇ ਬੇਸਿਕਲੀ ਇਹ GSA ਕਰਕੇ ਕਮਿਊਨਿਟੀ ਹੈ, ਗਲੋਬਲ ਸਟ੍ਰੈਟਜਿਕ ਅਲਾਈਅੰਸ, ਜਿਹੜਾ ਇੰਡੀਆ ਤੇ USA ਵਿੱਚ ਜਿਹੜਾ ਵੀ ਬਾਇਲੈਟਰਲ ਟ੍ਰੇਡ ਵਗੈਰਾ ਦੇ ਕੰਮ ਕਰ ਰਿਹਾ। ਤੇ 75 ਇੰਡੀਅਨਸ ਨੂੰ ਮਿਲਿਆ ਜੀ ਦੁਨੀਆ ਦੇ ਜੋ 75 ਇਅਰਸ ਆਫ ਇੰਡੀਪੈਂਡੈਂਸ ਹੈ। ਤੇ ਮੈਂ ਸਿਲੈਕਟ ਹੋਇਆ ਸੀਗਾ ਮਾਈ ਵਰਕ ਫॉर ਕਲੀਨ એનર્ਜੀ ਸਸਟੇਨੇਬਿਲਿਟੀ ਵਿੱਚ, ਜਿੰਨਾ ਵੀ ਮੈਂ ਲਾਸਟ 10-12 ਸਾਲ ਵਿੱਚ ਕੰਮ ਕਰਿਆ। ਤੇ ਜੀ ਆਨਰ ਤਾਂ ਸੀਗਾ ਜੀ। ਇੱਕ ਤਾਂ ਪਹਿਲੀ ਗੱਲ, ਤੁਸੀਂ ਦੂਜੇ ਇੱਕ ਮੁਲਕ 'ਚ ਤੁਹਾਨੂੰ ਇੱਕ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਉਸ ਤੋਂ ਵੱਡੀ ਕੋਈ ਓਪਰਚੁਨਿਟੀ ਤੁਹਾਨੂੰ ਮਤਲਬ ਉਹ ਪ੍ਰਾਊਡ ਹੀ ਮਹਿਸੂਸ ਹੁੰਦਾ ਹੈ ਨਾ। ਤੁਸੀਂ ਬਾਹਰ ਦੇ ਦੇਸ਼ ਵਿੱਚ ਜਾ ਕੇ ਜਦੋਂ ਆਪਦੀ ਕੰਟਰੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਆਈ ਥਿੰਕ ਉਹ ਅਲੱਗ ਹੀ ਫੀਲਿੰਗ ਹੈ। ਤੇ ਆਈ ਥਿੰਕ ਉਹ ਪ੍ਰਾਈਡ ਆਫ ਇੰਡੀਆ ਆਪਣੇ ਸ਼ਿਕਾਗੋ ਸੀਗਾ, ਪਿਛਲੇ ਹਫਤੇ ਮੈਂ ਉੱਥੇ ਹੀ ਸੀਗਾ। ਤੇ ਬਹੁਤ ਵੱਡਾ ਆਨਰ ਜੀ। ਮੈਨੂੰ ਲੱਗਦਾ ਆਨਰ ਤੋਂ ਵੱਧ ਰਿਸਪੌਂਸਿਬਿਲਿਟੀ ਵਧੀ ਜਾਂਦੀ ਹੈ ਜੀ ਕੰਮ ਕਰਨ ਦੀ। ਤੇ ਅਸੀਂ ਡਟ ਕੇ ਕੰਮ ਕਰਾਂਗੇ ਜੀ, ਹੋਰ ਮਿਹਨਤ ਕਰਾਂਗੇ। ਹੁਣ ਹੋਰ ਕਲੀਅਰਟੀ ਹੋ ਗਈ ਕਿ ਮਿਹਨਤ ਹੋਰ ਡਬਲ ਕਰਨੀ ਪੈਣੀ ਹੈ, ਤੇ ਕਰਾਂਗੇ ਜੀ। ਐਂਡ ਬਹੁਤ ਵੱਡਾ ਆਨਰ ਜੀ, ਥੈਂਕ ਯੂ। ਤੁਸੀਂ ਸਰਕਾਰ ਦੇ ਜਿਹੜੇ ਕੋਈ ਪ੍ਰੋਗਰਾਮ ਹੁੰਦੇ, ਜਿਵੇਂ ਤੁਸੀਂ ਜ਼ਿਕਰ ਵੀ ਕੀਤਾ, ਚਾਹੇ ਇਨੋਵੇਸ਼ਨ ਪੰਜਾਬ ਹੋਵੇ, ਮਿਸ਼ਨ ਪੰਜਾਬ ਹੋਵੇ, ਉਹਨਾਂ ਦੇ ਵਿੱਚ ਵੀ ਤੁਸੀਂ ਬੜੇ ਐਕਟਿਵ ਨਜ਼ਰ ਆ ਰਹੇ ਹੋ। ਤੁਹਾਨੂੰ ਮੌਕਾ ਮਿਲ ਰਿਹਾ, ਤੁਹਾਡੇ ਤੋਂ ਸਲਾਹਾਂ ਵੀ ਲੈ ਰਹੇ ਨੇ। ਤੇ ਕੀ ਲੱਗਦਾ ਹੈ, ਥੋੜ੍ਹਾ ਮੈਂ ਪੋਲੀਟੀਕਲ ਕੁਐਸਚਨ ਕਰੂੰਗਾ, ਸਰਕਾਰ ਦੀ ਮਨਸ਼ਾ ਕਿਸ ਤਰ੍ਹਾਂ ਦੀ ਲੱਗ ਰਹੀ ਹੈ? ਜਿਵੇਂ ਇੰਡਸਟਰੀ ਦੇ ਲਈ ਨਵੀਂ ਪਾਲਿਸੀ ਬਣਾਉਣ ਦੀ ਗੱਲ ਹੈ, ਜਾਂ ਕਲੇਮ ਬੜੇ ਕੀਤੇ ਜਾ ਰਹੇ ਨੇ। ਸੋ ਤੁਸੀਂ ਕਿਉਂਕਿ ਇਸ ਫੀਲਡ ਦੇ ਵਿੱਚ ਤੁਸੀਂ ਦੇਖਿਆ, ਬਹੁਤ ਇੱਕ ਜਰਨੀ ਤੁਹਾਡੀ ਲੰਬੀ ਹੈ, ਤੁਹਾਨੂੰ ਲੱਗਦਾ ਵੀ ਪੰਜਾਬ ਦਾ ਵਾਕਈ ਫਿਊਚਰ ਜਿਹੜਾ ਹੈਗਾ ਉਹ ਬਦਲ ਸਕਦਾ ਹੈਗਾ? ਸਰਕਾਰ ਵਾਕਈ ਇਸ ਤਰ੍ਹਾਂ ਵਾਲੇ ਪਾਸੇ ਜਿਹੜੀ ਸੀਰੀਅਸ ਨਜ਼ਰ ਆ ਰਹੀ ਹੈ? ਮੈਂ ਨਾ ਜੀ ਉਹ ਜਿਹਾ ਬੰਦਾ ਜਿਹੜਾ ਕਹਿੰਦਾ ਜੀ ਗਲਾਸ ਹਾਫ ਫੁੱਲ ਹਾਫ ਐਮਟੀ ਵਾਲਾ। ਅਤੇ ਮੈਨੂੰ ਤਾਂ ਗਲਾਸ ਦਿਖਦਾ, ਮੈਨੂੰ ਉਹਦੇ 'ਚ ਪਾਣੀ ਵੀ ਨਹੀਂ ਦਿਖਦਾ। ਮੈਨੂੰ ਤਾਂ ਹੈ ਕਿ ਜੇ ਪਾਣੀ ਦਿਖੇ ਤਾਂ ਮੈਂ ਪਾ ਲੂੰਗਾ ਵਿੱਚ। ਦੇਖੋ ਜੀ, ਇੱਕ ਕੁਐਸਚਨ ਰੀਫਰੇਜ਼ ਕਰ ਲੈਂਦੇ ਹਾਂ। ਪੰਜਾਬ ਹੈਜ਼ ਟੂ ਰਾਈਜ਼, ਖਤਮ ਹੋ ਗਈ ਗੱਲ। ਨੇਸ਼ਨ ਹੈਜ਼ ਟੂ ਰਾਈਜ਼। ਮੈਂ ਨਾ ਹਮੇਸ਼ਾ ਗੱਲ ਕਰਦਾ ਵੀ ਇਹ ਫਿਊਚਰ ਹੈ। ਜੇ ਅਸੀਂ ਨਹੀਂ ਕੰਟਰੀਬਿਊਟ ਕਰਾਂਗੇ, ਅਸੀਂ ਦੇਖੋ ਦੋ ਤਰੀਕੇ ਦੇ ਲੋਕ ਹੈ। ਇੱਕ ਤਾਂ ਜੀ ਸਾਈਡ 'ਤੇ ਬੈਠ ਕੇ ਕ੍ਰਿਟਿਕ ਕਰ ਸਕਦੇ। ਇੰਡਸਟਰੀ ਦਾ ਕੰਮ ਕੀ? ਇੰਡਸਟਰੀ ਦਾ ਕੰਮ ਹੈ ਜਿਹੜੀ ਬੈਸਟ ਟੈਕਨੋਲੋਜੀ ਚੱਲ ਰਹੀ, ਜਿਹੜੀ ਬੈਸਟ ਸੈਕਟਰ ਹੈ, ਉਹਦੇ 'ਤੇ ਰਿਸੋਰਸ ਇਕੱਠਾ ਕਰਕੇ ਉਹਦੇ 'ਤੇ ਡਿਵੈਲਪ ਕਰਨਾ। ਹੁਣ ਤੁਸੀਂ ਪੰਜਾਬ 'ਚ ਕਰ ਸਕਦੇ ਹੋ, ਹਰਿਆਣੇ 'ਚ ਕਰ ਸਕਦੇ ਹੋ, ਕਿਤੇ ਵੀ ਕਰ ਸਕਦੇ ਹੋ। ਅਸੀਂ ਇੱਥੇ ਪਲੇ ਬੜੇ ਹਾਂ, ਅਸੀਂ ਇੱਥੇ ਵੱਡੇ ਹੋਏ ਆ, ਅਸੀਂ ਕਿਹਾ ਚਲੋ ਇੱਥੇ ਆਪਾਂ ਬਿਲਡ ਕਰਾਂਗੇ। ਮੇਰਾ ਪੁਆਇੰਟ ਬੜਾ ਸਿੰਪਲ ਹੈ। ਦੇਖੋ, ਸਾਡੀ ਰਿਸਪੌਂਸਿਬਿਲਿਟੀ ਕਿਹਨੂੰ? ਸਾਡੀ ਰਿਸਪੌਂਸਿਬਿਲਿਟੀ ਸਾਡੇ ਲੋਕਾਂ ਨੂੰ ਹੈ, ਸਾਡੇ ਜਿਹੜੇ ਲੋਕ ਕੰਮ ਕਰ ਰਹੇ, ਸਾਡੇ ਕਸਟਮਰਸ, ਉਸ ਤੋਂ ਬਾਅਦ ਸਾਡੀ ਆਪਦੀ ਨੇਸ਼ਨ ਨੂੰ ਹੈ। ਇਹ ਅਸੀਂ ਭੁੱਲ ਜਾਂਦੇ ਹਾਂ। ਮੈਂ ਤੁਹਾਨੂੰ ਛੋਟਾ ਜਿਹਾ ਕਿੱਸਾ ਦੱਸਦਾ ਤੁਹਾਡੇ ਲੋਕਾਂ ਨੂੰ। ਮੈਂ ਨਾ ਜਾਪਾਨ ਗਿਆ 2014-15 'ਚ, ਅਤੇ ਉੱਥੇ ਨਾ ਜਾ ਕੇ ਮੈਂ ਸਵਾਲ ਪੁੱਛਿਆ, ਟੋਇਟਾ ਹੈ, ਜਿਹੜੇ ਟੋਇਟਾ ਆਪਾਂ ਗੱਡੀ ਚਲਾਉਂਦੇ, ਟੋਇਟਾ ਦਾ ਮਦਰ ਪਲਾਂਟ ਸੀ ਨਾਗੋਇਆ 'ਚ। ਅਤੇ ਮੈਂ ਉੱਥੇ ਜਾ ਕੇ ਨਾ ਕਿਸੇ ਨੂੰ ਪੁੱਛ ਲਿਆ, ਟੋਇਟਾ ਦੀ ਇੱਕ ਇੰਨੀ ਵੱਡੀ ਮਸ਼ਹੂਰੀ ਹੈ ਕਿ ਵੀ ਮਤਲਬ ਜਾਪਾਨ ਦੀ ਕੋਈ ਚੀਜ਼ ਕਹਿੰਦੇ ਜੀ ਮੇਡ ਇਨ ਜਾਪਾਨ ਤਾਂ ਵਧੀਆ ਹੋਊਗੀ। ਅਤੇ ਮੈਂ ਉੱਥੇ ਨਾ ਬੰਦੇ ਨੂੰ ਪੁੱਛ ਲਿਆ, ਮੇਰੇ ਟਰਾਂਸਲੇਟਰ ਨਾਲ ਸੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਇਹ ਬੰਦੇ ਨੂੰ ਪੁੱਛ ਕਿ ਯਾਰ ਜਾਪਾਨ ਔਰ ਸਾਡੇ 'ਚ ਕੀ ਫ਼ਰਕ ਹੈ। ਮੈਂ ਇਹ ਕੁਐਸਚਨਸ ਪੁੱਛਿਆ, ਤਾਂ ਉਹਨੇ ਮੈਨੂੰ ਜਵਾਬ ਇਹ ਦਿੱਤਾ, ਕਹਿੰਦੇ ਕਿ ਦ ਡਿਫਰੈਂਸ ਬਿਟਵੀਨ ਜਾਪਾਨ ਐਂਡ ਦ ਰੈਸਟ ਆਫ ਦ ਵਰਲਡ। ਉਹਨੇ ਇੰਡੀਆ ਨਹੀਂ ਬੋਲਿਆ, ਉਹਨੇ ਬੋਲਿਆ ਦ ਜਾਪਾਨ ਐਂਡ ਰੈਸਟ ਆਫ ਦ ਵਰਲਡ ਇਜ਼ ਦੈਟ ਵੀ ਵਰਕ, ਬਾਕੀ ਜੋ ਰੈਸਟ ਆਫ ਦ ਵਰਲਡ ਹੈ ਦੇ ਵਰਕ ਫॉर ਦੈਮਸੈਲਵਸ, ਦੈਨ ਫॉर ਦ ਕੰਪਨੀ, ਦੈਨ ਫॉर ਦ ਨੇਸ਼ਨ। ਜਾਪਾਨ 'ਚ ਉਲਟਾ ਹੈ, ਪਹਿਲਾਂ ਨੇਸ਼ਨ, ਫਿਰ ਕੰਪਨੀ, ਫਿਰ ਆਪਣੇ ਲਈ। ਤਾਂ ਮੇਰਾ ਨਾ ਜਿੰਨੇ ਵੀ ਐਂਟਰਪ੍ਰੇਨਿਓਰਸ, ਜਿੰਨੇ ਵੀ ਪ੍ਰੋਫੈਸ਼ਨਲ ਇਹ ਸੁਣ ਰਹੇ ਨਾ, ਸਾਡੀ ਕੰਟਰੀਬਿਊਸ਼ਨ ਸਾਡੇ ਨੇਸ਼ਨ ਨੂੰ ਹੈ, ਸਾਡੇ ਕੰਟਰੀਬਿਊਸ਼ਨ ਸਾਡੀ ਸਟੇਟ ਨੂੰ ਹੈ। ਜੇ ਅਸੀਂ ਇੱਥੇ ਨੇਸ਼ਨ ਬਿਲਡਿੰਗ ਨਹੀਂ ਕਰਾਂਗੇ ਨਾ, ਜੇ ਇੱਥੇ ਸਟੇਟ ਬਿਲਡਿੰਗ ਨਹੀਂ ਕਰਾਂਗੇ, ਫਿਰ ਸਾਡੀ ਕੀ ਕੰਟਰੀਬਿਊਸ਼ਨ ਰਹੇਗੀ? ਸੋ ਮੇਰਾ ਤਾਂ ਭਾਜੀ ਬੜਾ ਸਿੰਪਲ, ਮੈਂ ਕੁਐਸਚਨ ਨੂੰ ਐਵੇਂ ਦੇਖਦਾ ਕਿ ਵੀ ਹੈਵ ਟੂ ਡੂ ਇਟ। ਅਤੇ ਸਾਡੀ ਯੰਗ ਜਨਰੇਸ਼ਨ ਅੱਜ ਆ ਰਹੀ ਹੈ, ਟੈਕਨੋਲੋਜੀ ਸੈਵੀ, ਪੜ੍ਹੀ ਲਿਖੀ ਜਨਰੇਸ਼ਨ ਹੈ। ਅਸੀਂ ਨਹੀਂ ਕਰਾਂਗੇ, ਹੋਰ ਕੌਣ ਕਰੂਗਾ? ਮੈਂ ਤਾਂ ਜੀ ਬਹੁਤ ਆਪਟੀਮਿਸਟਿਕ ਹਾਂ। ਭਾਵੇਂ ਉਹ ਮਤਲਬ ਮੇਰੇ ਲਈ ਇਹ ਨੇਸ਼ਨ ਬਿਲਡਿੰਗ, ਸਟੇਟ ਬਿਲਡਿੰਗ ਪ੍ਰਾਇਰਿਟੀ ਨੰਬਰ 1 ਹੈ। ਅਸੀਂ ਇੱਕ ਪ੍ਰੋਜੈਕਟ ਆ ਚੰਡੀਗੜ੍ਹ ਲਾ ਰਹੇ ਹਾਂ, ਪੰਜਾਬ 'ਚ ਲਾ ਰਹੇ ਹਾਂ, ਉਹ ਕੀ ਪ੍ਰੋਜੈਕਟ? ਨੇਸ਼ਨ ਬਿਲਡਿੰਗ ਦਾ ਹੀ ਪ੍ਰੋਜੈਕਟ ਹੋ ਰਿਹਾ ਨਾ। ਲੋਕ ਆਉਣਗੇ, ਹੁਣ ਫਲੋਟਿੰਗ ਸੋਲਰ, ਲੋਕ ਦੂਰੋਂ ਆ ਕੇ ਦੇਖਣਗੇ ਜੀ ਚੰਡੀਗੜ੍ਹ ਪੰਜਾਬ 'ਚ ਪ੍ਰੋਜੈਕਟ ਲੱਗਿਆ। ਸੋ ਉਹ ਇਹੀ ਚੀਜ਼ਾਂ ਹੈ। ਸੋ ਮੇਰਾ ਤਾਂ ਇਹੀ ਮੈਸੇਜ ਹੈ ਜੀ ਕਿ ਵੀ ਹੈਵ ਟੂ ਬੀ ਆਪਟੀਮਿਸਟਿਕ, ਕਿਉਂਕਿ ਇੰਡੀਆ ਦਾ ਟਾਈਮ ਹੈ, ਸਾਡਾ ਟਾਈਮ ਹੈ। ਸੋ ਦੈਟਸ ਵਾਈ। ਅਤੇ ਅਪਕਮਿੰਗ ਪ੍ਰੋਜੈਕਟਸ ਦੀ ਆਪਾਂ ਗੱਲ ਕਰੀਏ, ਹੋਰ ਕੀ ਲੈ ਕੇ ਆ ਰਹੇ ਹੋ? ਕੀ ਪਲੈਨਿੰਗਸ ਚੱਲ ਰਹੀਆਂ ਨੇ? ਅਸੀਂ ਜੀ ਤੁਸੀਂ ਜਿਵੇਂ ਸ਼ੁਰੂਆਤ 'ਚ ਪੁੱਛੀ ਗੱਲ, ਦੇਖੋ ਅਸੀਂ ਹਟੇਕ ਗਰੁੱਪ ਨੂੰ ਨਾ ਇੱਕ ਸੋਲਿਊਸ਼ਨ ਪ੍ਰੋਵਾਈਡਰ ਵਰਗਾ ਦੇਖਦੇ ਹਾਂ। ਅੱਜ ਕੋਈ ਇੰਡਸਟਰੀ ਬਣੇ, ਕੋਈ ਨਵੀਂ ਬਿਲਡਿੰਗ ਬਣੇ, ਕੋਈ ਨਵਾਂ ਹਸਪਤਾਲ ਬਣੇ, ਉਹਨੂੰ ਕੋਈ ਪਾਵਰ ਰਿਲੇਟਡ ਕੋਈ ਚੀਜ਼ ਚਾਹੀਦੀ ਹੈ, ਤਾਂ ਹਟੇਕ ਇਜ਼ ਦਾ ਪੁਆਇੰਟ ਆਫ ਕੰਟੈਕਟ। ਅਸੀਂ ਆਪਣੇ ਆਪ ਨੂੰ ਇੱਕ ਕੰਸੋਲੀਡੇਟ ਕਰ ਰਹੇ ਹਾਂ, ਜਿਵੇਂ ਗਰੁੱਪ ਨੂੰ ਕੰਸੋਲੀਡੇਟ ਕਰ ਰਹੇ ਹਾਂ ਇੱਕ ਬ੍ਰਾਂਡ ਵਿੱਚ ਕਰ ਰਹੇ ਹਾਂ ਕਿ ਉਹਨੂੰ ਅੱਜ ਇੱਕ ਇਲੈਕਟ੍ਰੀਕਲ ਪੈਨਲ ਚਾਹੀਦਾ ਉਹ ਇੰਡਸਟਰੀ ਨੂੰ, ਅਸੀਂ
ਮੈਨੂਫੈਕਚਰਿੰਗ ਅਸੀਂ ਬਣਾ ਕੇ ਦੇਵਾਂਗੇ। ਉਹਨੂੰ ਗ੍ਰਿਡ ਲਵਾਉਣਾ, ਉਹਨੂੰ ਸਬਸਟੇਸ਼ਨ ਲਵਾਉਣਾ, ਕੋਈ ਸਟੀਲ ਯੂਨਿਟ ਨੂੰ ਅਸੀਂ ਲਾ ਕੇ ਦੇਵਾਂਗੇ, ਉਹਨੂੰ ਛੱਤ ਤੇ ਸੋਲਰ ਲਾਉਣਾ ਅਸੀਂ ਲਾ ਕੇ ਦੇਵਾਂਗੇ। ਸੋ ਅਸੀਂ ਬ੍ਰਦਰ ਹੁਣ ਨਵੀਂ ਚੀਜ਼ ਤੋਂ ਪਹਿਲਾਂ ਅਸੀਂ ਕੰਸੋਲੀਡੇਸ਼ਨ ਕਰ ਰਹੇ ਹਾਂ ਕਿ ਅੱਜ ਬੀਇੰਗ ਅ ਪੈਨ ਇੰਡੀਆ ਬ੍ਰਾਂਡ, ਬੀਇੰਗ ਵਨ ਆਫ ਦੀ ਲਾਰਜੈਸਟ ਪਾਵਰ ਇਨਫਰਾਸਟ੍ਰਕਚਰ ਕੰਪਨੀਜ਼ ਆਫ ਇੰਡੀਆ, ਅਸੀਂ ਹਰਟੇਕ ਨੂੰ ਇਹ ਇੱਕ ਕੰਸੋਲੀਡੇਟ ਕਰ ਰਹੇ ਹਾਂ ਕਿ ਬੰਦਾ ਕੋਈ ਨਵੀਂ ਚੀਜ਼ ਬਣਾਏ, ਇੰਡਸਟਰੀ ਲਾਏ, ਬਿਲਡਿੰਗ ਲਾਏ, ਉਹਦਾ ਇਲੈਕਟ੍ਰੀਕਲ ਦਾ ਜਿਹੜਾ ਸਮਾਨ ਹੈ ਜਾਂ ਸੋਲਰ ਦੀ ਚੀਜ਼ ਆ, ਅਸੀਂ ਉਹਨੂੰ ਇੱਕ ਸਿੰਗਲ ਟਰਨਕੀ ਦਈਏ। ਦੂਜੀ ਚੀਜ਼, ਨਵੀਂ ਟੈਕਨੋਲੋਜੀ, ਜਿਵੇਂ ਹੁਣ ਈਵੀ ਇਨਫਰਾਸਟ੍ਰਕਚਰ ਹੈ, ਅਸੀਂ ਸਸਟੇਨੇਬਲ ਐਨਰਜੀ ਤਾਂ ਪੂਰਾ ਹੁਣ 10-12 ਸਾਲ ਲਾਏ, ਹੁਣ ਅਸੀਂ ਇਲੈਕਟ੍ਰੀਕਲ ਗੱਡੀਆਂ ਦੀ ਗੱਲ ਕਰ ਰਹੇ ਹਾਂ, ਇਲੈਕਟ੍ਰਿਕ ਗੱਡੀਆਂ ਦੀ ਗੱਲ ਕਰ ਰਹੇ ਹਾਂ, ਬਟ ਉਹ ਗੱਡੀਆਂ ਚਾਰਜ ਵੀ ਤਾਂ ਹੋਣਗੀਆਂ ਕਿਤੇ, ਈਵੀ ਚਾਰਜਿੰਗ ਇਨਫਰਾ। ਸੋ ਅਸੀਂ ਇੱਕ ਨਵੀਂ ਕੰਪਨੀ ਬਣਾਈ ਹੈ ਹਰਟੇਕ ਇਲੈਕਟ੍ਰਿਕ ਦੇ ਨਾਮ 'ਤੇ, ਉੱਥੇ ਅਸੀਂ ਹੁਣ ਈਵੀ ਚਾਰਜਿੰਗ ਇਨਫਰਾ 'ਤੇ ਅਸੀਂ ਕੰਮ ਕਰਾਂਗੇ। ਅਸੀਂ ਕੁਝ ਤੁਹਾਨੂੰ ਦਿਖਾਵਾਂਗੇ, ਕੁਝ ਗੁੱਡ ਨਿਊਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ। ਕੁਝ ਪੈਟਰੋਲ ਪੰਪਾਂ 'ਤੇ ਅਸੀਂ ਸਟਾਰਟ ਵੀ ਕਰਤਾ ਈਵੀ ਚਾਰਜਿੰਗ, ਹਰਟੇਕ ਦੇ ਈਵੀ ਚਾਰਜਰਸ ਤੁਹਾਨੂੰ ਦਿਖਣਗੇ ਸਾਡੇ। ਸੋ ਅਸੀਂ ਕੀ ਕਰ ਰਹੇ ਹਾਂ ਜੀ ਕਿ ਕੋਈ ਵੀ ਬੰਦਾ ਇੰਡਸਟਰੀ ਲਾਉਂਦਾ, ਬਿਲਡਿੰਗ ਲਾਉਂਦਾ, ਉਹਦੇ ਲਈ ਜਿੰਨਾ ਵੀ ਇਲੈਕਟ੍ਰੀਕਲ, ਸੋਲਰ ਜਾਂ ਪਾਵਰ ਦੀ ਕੋਈ ਨੀਡਸ ਹੈ, ਅਸੀਂ ਉਹਨੂੰ ਇੱਕ ਸਿੰਗਲ ਸਟਾਪ ਕਰ ਸਕੀਏ। ਅਤੇ ਫਲੋਟਿੰਗ ਤੁਹਾਨੂੰ ਜ਼ਰੂਰ ਦਿਖਾਵਾਂਗੇ। ਐਂਡ ਉਸ ਤੋਂ ਬਾਅਦ ਜਿਹੜਾ ਈਵੀ ਚਾਰਜਰ ਅਸੀਂ ਲਾ ਰਹੇ ਹਾਂ, ਮੈਨੂੰ ਲੱਗਦਾ ਇਹ ਨੈਕਸਟ, ਜੋ ਅਸੀਂ ਸੋਲਰ 10 ਸਾਲ ਪਹਿਲਾਂ ਪਏ ਸੀਗੇ, ਇਹ ਨੈਕਸਟ ਰੈਵੋਲਿਊਸ਼ਨ ਹੈ ਜੀ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਗੱਲ ਕਰਨ ਲਈ। ਸੋ ਸਿਮਰਪ੍ਰੀਤ ਸਿੰਘ ਜੀ ਨਾਲ ਅਸੀਂ ਗੱਲ ਕਰ ਰਹੇ ਸੀਗੇ, ਜਿਨ੍ਹਾਂ ਨੇ ਹਰਟੇਕ ਗਰੁੱਪ ਦੇ ਇਸ ਲੰਬੇ ਸਫ਼ਰ ਬਾਰੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਸ਼ੁਰੂਆਤ ਹੋਈ ਅਤੇ ਅੱਜ ਜਿਹੜੀਆਂ ਪ੍ਰਾਪਤੀਆਂ ਨੇ, ਜਿਨ੍ਹਾਂ ਵਿੱਚੋਂ ਕਈ ਬਹੁਤ ਵੱਡੀਆਂ ਨੇ, ਜਿਵੇਂ ਇਹਨਾਂ ਨੇ ਖੁਦ ਵੀ ਦੱਸਿਆ ਵੀ ਜਿਹੜਾ ਹਰਿਮੰਦਰ ਸਾਹਿਬ ਵਰਗੀ ਥਾਂ 'ਤੇ, ਉਸ ਪਵਿੱਤਰ ਧਰਤੀ 'ਤੇ ਸੋਲਰ ਲਾਉਣ ਦਾ ਮੌਕਾ ਮਿਲਿਆ। ਅਤੇ ਇਹਨਾਂ ਦੀ ਵੀ ਜੇ ਗੱਲ ਕੀਤੀ ਜਾਵੇ ਤਾਂ ਇਹਨਾਂ ਨੂੰ ਵੀ ਜਿਹੜੇ ਮਾਨ ਸਨਮਾਨ ਮਿਲ ਰਹੇ ਨੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੋਰ ਕੀ ਰੈਵੋਲੂਸ਼ਨ ਜਿਹੜੀ ਹੈ ਆ ਸਕਦੀ ਹੈ ਇਸ ਖੇਤਰ ਦੇ ਵਿੱਚ, ਉਸ 'ਤੇ ਲਗਾਤਾਰ ਇਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ। ਮੋਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਬਾਬ ਸਿੰਘ ਸਿੱਧੂ, ਬਾਬੂਸ਼ਾਹੀ ਟਾਈਮਜ਼।